ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਟੂ ਦ ਸ਼ੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਫਰਾਈਡੇ ਆ ਤੇ ਅੱਜ ਅਸੀਂ ਇਮੀਗ੍ਰੇਸ਼ਨ ਦੀਆਂ ਗੱਲਾਂ ਵੀ ਕਰਾਂਗੇ, ਕਰੋਨਾ ਵਾਇਰਸ ਦੀਆਂ ਗੱਲਾਂ ਵੀ ਕਰਾਂਗੇ ਤੇ ਆਲਸੋ ਨਾਲ ਦੀ ਨਾਲ ਤੁਹਾਨੂੰ ਜੋ ਸਾਡੇ ਦਫ਼ਤਰ ਦੇ ਮੂਹਰੇ ਹਾਦਸਾ ਹੋਇਆ ਉਹਦੇ ਬਾਰੇ ਵੀ ਗੱਲਾਂ ਕਰਾਂਗੇ। ਪਹਿਲਾਂ ਤਾਂ ਉਹਦੀਆਂ ਹੀ ਗੱਲਾਂ ਕਰਦੇ ਹਾਂ, ਤੁਹਾਨੂੰ ਤਾਂ ਦੱਸਦੇ ਹਾਂ ਜੀ ਕਿ ਇੱਕ ਬਹੁਤ ਦੁੱਖ ਭਰੀ ਘਟਨਾ ਹੋਈ ਹੈ ਜੀ ਸਾਊਥ ਹਾਲ ਦੇ ਵਿੱਚ ਇਸ ਹਫ਼ਤੇ ਬੁੱਧਵਾਰ ਵਾਲੇ ਦਿਨ। ਆਪਾਂ ਤਾਂ ਜਦੋਂ ਕੰਮ 'ਤੇ ਆਏ ਜੀ ਅਤੇ ਬੁੱਧਵਾਰ ਵਾਲੇ ਦਿਨ ਤੇ ਪੁਲਿਸ ਸੀਗੀ, ਫਾਇਰ ਬ੍ਰਿਗੇਡ ਸੀਗੀ ਸਾਰੀ, ਉੱਥੇ ਐਂਬੂਲੈਂਸਾਂ ਸੀਗੀਆਂ, ਬੜੇ ਡੱਬੇ ਫਾਇਰ ਬ੍ਰਿਗੇਡ ਯੂਨਿਟ ਵਾਲਿਆਂ ਨੇ ਲਾਏ ਸੀਗੇ ਜੋ ਇਹ ਜਦੋਂ ਲਾਸ਼ਾਂ ਲਈ ਹੁੰਦੀਆਂ ਉਹਦੇ ਲਈ। ਤਾਂ ਜਦੋਂ ਦੇਖਿਆ ਤਾਂ ਸਾਹਮਣੇ ਦੀਆਂ ਸਾਡੀਆਂ ਦੋ ਦੁਕਾਨਾਂ, ਜੋ ਇੱਕ ਤਾਂ ਸਾਡੇ ਹੇਅਰ ਡਰੈਸਰ ਦੀ ਸੀ, ਜਿਹੜਾ ਅਕਸਰ ਮੈਂ ਨਾਂ ਲੈਂਦਾ ਹੁੰਦਾ, ਹੈਪੀ ਸਾਡਾ ਹੇਅਰ ਡਰੈਸਰ, ਚਾਂਦਲਾ ਹੇਅਰ ਡਰੈਸਰ, ਉਹਦੀ ਸ਼ੌਪ ਤੇ ਸਾਡੇ ਵੀਰ ਜਤਿੰਦਰ ਦੀ ਸ਼ੌਪ ਜੋ ਕਿ ਮੋਬਾਈਲ ਫੋਨ ਵਾਲੀ ਆ, ਉਹ ਦੋਨੋਂ ਉੜੀਆਂ ਪਈਆਂ। ਹੁਣ ਉੜੀਆਂ ਤੁਸੀਂ ਕਹੋਗੇ ਸ਼ੌਪ ਕਿੱਦਾਂ ਉੜ ਜੂ, ਅਤੇ ਉੱਥੇ ਜੀ ਜਦੋਂ ਪਤਾ ਕੀਤਾ ਤਾਂ ਦੱਸਿਆ ਗਿਆ ਕਿ ਗੈਸ ਦੀ ਕੋਈ ਐਕਸਪਲੋਜ਼ਨ ਹੋ ਗਈ ਆ, ਜਿਹਦੀ ਅੱਜ ਤੱਕ ਵੀ ਤਹਿਕੀਕਾਤ ਚੱਲ ਰਹੀ ਹੈ ਕਿ ਕੀ ਹੋਇਆ ਕੀ ਨਹੀਂ। ਤਾਂ ਅਨਫੋਰਚੂਨੇਟਲੀ ਉਹਦੇ ਵਿੱਚ ਜੀ ਦੋ ਜੋ ਵਿਅਕਤੀ ਆ ਉਹ ਪੂਰੇ ਹੋ ਗਏ। ਇੱਕ ਸਾਡਾ ਪੰਜਾਬੀ ਵੀਰ ਸੀ ਜੋ ਕਿ ਲੋਕ ਕਹਿੰਦੇ ਕਿ ਕੱਚਾ ਸੀਗਾ, ਇੱਕ ਗੁਜਰਾਤੀ ਸੀ, ਅਤੇ ਇੱਕ ਫੈਮਿਲੀ ਜੋ ਉੱਤੇ ਰਹਿੰਦੀ ਸੀ ਜੀ ਉਹ ਬਚ ਗਏ ਅਤੇ ਉਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੇ ਕੱਢ ਦਿੱਤਾ। ਅਤੇ ਉਹਨਾਂ ਦੀ ਫੋਟੋ ਅਖਬਾਰਾਂ 'ਚ ਵੀ ਆਈ ਵਾ ਕਿ ਜੀ ਉਹ ਕਿ ਬਚ ਗਏ। ਅਤੇ ਇਹ ਉਹਦੀ ਫੁਟੇਜ ਆ, ਥੋੜ੍ਹੇ ਤੁਸੀਂ ਦੇਖ ਲਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਜੀ ਕਿ ਕੀ ਹੋਇਆ ਕੀ ਨਹੀਂ। ਆਹ ਦੇਖੋ ਜੀ, ਫਾਇਰ ਬ੍ਰਿਗੇਡ ਵਾਲੇ ਪੌੜੀ ਲਾਈ ਵਾ ਉਹਦੇ ਬਚਾਉਣ ਦੇ। ਹਾਂਜੀ, ਤਾਂ ਆਹ ਦੇਖੋ ਜੀ, ਸ਼ੌਪਾਂ ਦੀਆਂ ਤਾਂ ਧਮਾਕੇ ਨਾਲ ਉੜ ਹੀ ਗਏ, ਸ਼ੌਪ ਫਰੰਟ ਹੀ ਉੜ ਗਿਆ, ਕੱਚ ਉੜ ਗਿਆ, ਸਾਰੇ ਡੋਰਾਂ ਉੜ ਗਈਆਂ। ਉਹ ਪਹਿਲੀ ਵੀਡੀਓ 'ਚ ਤੁਸੀਂ ਦੇਖਿਆ ਹੋਊਗਾ ਕਿ ਉਹ ਦੇਖੋ ਕਿ ਕਿੱਦਾਂ ਉਹਨਾਂ ਨੇ ਬਚਾਉਂਦੇ ਸੀਗੇ। ਉਹਦੇ ਵਿੱਚ ਬੱਚੀ ਵੀ ਸੀਗੀ ਇੱਕ ਜੋ ਬਚ ਗਈ, ਮਹੀਨੇ ਦੀ, ਕੁਛ 4-5 ਮਹੀਨੇ ਦਾ ਬੱਚਾ ਵੀ ਸੀ ਉਹਦੇ ਵਿੱਚ। ਸੋ ਉਹ ਬਚ ਗਏ ਜੀ, ਬਟ ਅਨਫੋਰਚੂਨੇਟਲੀ ਦੋ ਸਾਡੇ ਜੋ ਹੈਗੇ ਆ ਬੰਦੇ ਨਹੀਂ ਬਚੇ। ਹਾਂਜੀ, ਅੱਜ ਬੜੀ ਦਰਦ ਭਰੀ ਖਬਰ ਹੈ ਜੀ। ਅੱਜ ਕੰਮ 'ਤੇ ਆਏ ਅਤੇ ਤੁਹਾਨੂੰ ਪਤਾ ਆਫਿਸ ਮੇਰਾ ਕਿੰਗ ਸਟਰੀਟ 'ਤੇ ਆ, ਤਾਂ ਸਵੇਰੇ ਸਵੇਰੇ ਆ ਜੀ ਐਕਸਪਲੋਜ਼ਨ ਹੋਇਆ ਜਿੱਦਾਂ ਬੰਬ ਫਟਿਆ ਹੁੰਦਾ। ਅਤੇ ਉਹਦੇ ਵਿੱਚ ਅੱਜ ਸਾਡੇ ਜੋ ਚਾਂਦਲਾ ਹੇਅਰ ਡਰੈਸਰ ਆ, ਜਿੱਥੋਂ ਆਪਾਂ ਬਾਲ ਕਟਾਈ ਦੇ, ਸ਼ੇਵ ਕਟਾਈ ਦੇ, ਉਹ ਜਿਹਦਾ ਉੜਿਆ ਪਿਆ। ਉਹਦੇ ਨਾਲ ਦੇ ਜਤਿੰਦਰ ਦਾ ਮੋਬਾਈਲ ਫੋਨ ਸ਼ੌਪ ਆ ਉੜਿਆ ਪਿਆ, ਉਹ ਗੈਸ ਐਕਸਪਲੋਜ਼ਨ ਹੋ ਗਈ। ਅਤੇ ਕਹਿੰਦੇ 4 ਬੰਦੇ ਤਾਂ ਬੱਚੇ ਉੱਤੇ ਹੋ, ਇਹਨਾਂ ਨੇ ਪੌੜੀ ਲਾ ਕੇ, ਜਿੱਥੇ ਤੁਸੀਂ ਸ਼ੀਸ਼ਾ ਦੇਖ ਰਹੇ ਆ ਉੱਥੋਂ ਬਚਾਏ। ਬਟ ਮੈਂ ਹੁਣ ਇਹੀ ਕਹਿ ਸਕਦਾ ਜੀ, ਇੱਦਾਂ ਦੇ ਹਾਲਾਤਾਂ ਵਿੱਚ ਖਿਆਲ ਰੱਖੋ ਜੀ, ਜਿਹੜੇ ਹਾਲਾਤਾਂ ਵਿੱਚ ਕੱਚੇ ਬੰਦੇ ਰਹਿ ਰਹੇ ਆ। ਆਪਾਂ ਉਹਨਾਂ ਨੇ ਇਹੀ ਕਹੂੰਗੇ ਜੀ, ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ, ਮਜਬੂਰੀ ਸਾਰਿਆਂ ਨੂੰ ਹੁੰਦੀ, ਬਟ ਰੱਬ ਬਸ ਬਚਾ ਕੇ ਰੱਖੇ। ਸਾਰੇ ਅਰਦਾਸ ਕਰੋ ਕਿ ਬਚ ਗਏ ਠੀਕ ਠਾਕ। ਕਹਿੰਦੇ ਕਿ ਕਈ ਲੋਕ ਪੂਰੇ ਹੋ ਗਏ ਇਸ ਐਕਸਪਲੋਜ਼ਨ ਵਿੱਚ। ਸੋ ਜੀ ਆ ਜੋ ਹੈਗੀ ਆ ਫੁਟੇਜ ਆ ਦੈਟ ਉਹਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਧਮਾਕਾ ਹੋਇਆ ਅਤੇ ਕਿੱਦਾਂ ਜ਼ਿੰਦਗੀਆਂ ਬਰਬਾਦ ਹੁੰਦੀਆਂ। ਆਹ ਤੁਸੀਂ ਫੋਟੋ ਵੀ ਦੇਖ ਲਓ, ਕਿ ਫੋਟੋ ਵੀ ਤੁਹਾਨੂੰ ਦਿਖਾ ਲਈਆਂ। ਆਹ ਸ਼ੌਪਾਂ ਸੀਗੀਆਂ ਜੀ ਪਹਿਲਾਂ ਧਮਾਕੇ 'ਤੇ। ਆ ਬਿਲਕੁਲ ਸਾਡੇ ਸਾਹਮਣੇ ਹੀ ਆ ਸਾਊਥ ਹਾਲ ਦਫ਼ਤਰ ਦੇ ਕਿੰਗ ਸਟਰੀਟ 'ਤੇ। ਫਿਰ ਆਹ ਪਹਿਲਾਂ ਜੀ, ਆਹ ਬਾਅਦ 'ਚ। ਅਤੇ ਉਸ ਦਿਨ ਤੋਂ ਅੱਜ ਤੱਕ, ਬੁੱਧਵਾਰ ਦੇ ਦਿਨ ਤੋਂ ਅੱਜ ਤੱਕ ਵੀ ਆ ਫਾਇਰ ਇੰਜਨਾਂ ਖੜੀਆਂ ਆ ਅਤੇ ਪੁਲਿਸ ਵਾਲੇ ਖੜ੍ਹੇ ਹੋ ਆ। ਕੋਰਡਨ ਲਾਇਆ ਹੈਗਾ ਜੀ, 3 ਕੋਰਡਨ ਲਾਏ ਹੋ ਆ, ਆਊਟਰ ਇਨਰ ਜੋ ਕੋਰਡਨਸ ਹੈਗੇ ਆ ਇਹ ਲਾਏ ਹੋ ਆ। ਇੱਥੋਂ ਯਾਨੀ ਪੂਰਾ ਬਲੌਕ ਕੀਤਾ ਪਿਆ ਆ, ਉਹ ਮੰਦਰ ਤੋਂ ਲੈ ਕੇ ਜੋ ਪਿੱਛੇ ਦੀਦਾ ਤੁਹਾਨੂੰ। ਅਤੇ ਇੱਧਰ ਆ ਦਫ਼ਤਰ ਦੇ ਮੂਹਰੇ ਸਾਡੇ ਦੇਖ ਲਓ ਜੀ, ਅਤੇ ਟਰੱਕ ਖੜ੍ਹੇ ਹੋ, ਐਂਬੂਲੈਂਸਾਂ ਖੜ੍ਹੀਆਂ ਆ। ਜਿੱਥੇ ਸਾਡਾ ਦਰਵਾਜ਼ਾ ਦੇਖੋ ਫਾਇਰ ਵਾਲੇ ਖੜ੍ਹੇ ਹੋ ਆ, ਉਹ ਗੁਰਦੁਆਰੇ ਤੱਕ ਜੀ ਕੋਰਡਨ ਲੱਗਾ ਆ। ਦੇਖੋ ਇੱਥੇ ਤੱਕ, ਇਹ ਅੱਜ ਦੀ ਫੋਟੋ ਆ ਜੀ ਸਵੇਰ ਦੀ,
ਹਜੇ ਤੱਕ ਵੀ ਇਹਨਾਂ ਨੇ ਯਾਨੀ ਉੱਥੇ ਫਾਇਰ ਵਾਲੇ ਖੜੇ ਹੋ ਆ ਤੇ ਪੁਲਿਸ ਵਾਲੇ ਲਾਏ ਹੋ 24 ਘੰਟੇ ਕਿ ਕੋਈ ਅੰਦਰ ਨਹੀਂ ਜਾ ਸਕਦਾ, ਕੋਈ ਬਾਹਰ ਨਹੀਂ ਜਾ ਸਕਦਾ। ਉਹ ਤਾਂ ਹਾਂ ਪੂਰੇ ਉਹਨਾਂ ਨੇ ਏਰੀਏ ਨੂੰ, ਅੱਜ ਮੈਂ ਜੋ ਗੱਲ ਕੀਤੀ ਆ ਫਾਇਰ ਇੰਜਨ ਵਾਲਿਆਂ ਨਾਲ, ਫਾਇਰ ਬ੍ਰਿਗੇਡ ਵਾਲਿਆਂ ਨਾਲ, ਉਹ ਕਹਿੰਦੇ ਇੱਥੇ ਬਿਲਕੁਲ ਨਹੀਂ ਹਜੇ ਕੋਈ ਆ ਸਕਦਾ। ਜਿਹੜਾ ਰਹਿੰਦਾ ਵੀ ਹੈ ਨਾ ਉਹਨਾਂ ਨੂੰ ਇਵੈਕੂਏਟ ਕਰ ਦਿੱਤਾ। ਕਈ ਤਾਂ ਗੁਰਦੁਆਰੇ ਚਰਚ ਵਿੱਚ ਸੁੱਤੇ ਉਸ ਰਾਤ ਨੂੰ, ਬੁੱਧਵਾਰ ਵਾਲੀ ਰਾਤ ਨੂੰ, ਤਾਂ ਉੱਥੇ ਹੀ ਸੌਂ ਰਹੇ ਆ। ਫਿਰ ਅਗਲਿਆਂ ਨੂੰ ਖੜੇ ਪੈਰ ਆਪਣਾ ਅਰੇਂਜਮੈਂਟ ਵੀ ਕਰਨਾ ਪਿਆ, ਸਾਰਾ ਸਮਾਨ ਛੱਡ ਕੇ ਉਹਨਾਂ ਨੂੰ ਕੱਢਤਾ, ਕਿਉਂਕਿ ਉਹਨਾਂ ਨੇ ਜੋ ਇਲਾਕਾ ਆ ਉਹ ਅਨਸੇਫ ਇਸ ਵੇਲੇ ਕਰਾਰ ਕੀਤਾ ਪਿਆ ਹੈ। ਕਹਿੰਦੇ ਇੱਥੇ ਹੋ ਰਹੀ ਇਨਵੈਸਟੀਗੇਸ਼ਨ, ਪੁਲਿਸ ਵਾਲੇ ਵੀ ਇਨਵੋਲਵਡ ਆ, ਫਾਇਰ ਬ੍ਰਿਗੇਡ ਵਾਲੇ ਵੀ ਇਨਵੋਲਵਡ ਆ, ਤੇ ਹਾਲੇ ਸਾਡੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਈ। ਹੋ ਸਕਦਾ ਕਿ ਅਗਲੇ ਹਫਤੇ ਤੱਕ ਇਹ ਇਨਵੈਸਟੀਗੇਸ਼ਨ ਚੱਲੇ। ਹੁਣ ਤੁਸੀਂ ਕਹੋਗੇ ਭਾਜੀ ਚਲੋ ਬਹੁਤ ਮਾੜੀ ਗੱਲ ਆ, ਮੈਂ ਓਬਵੀਅਸਲੀ ਮੈਂ ਤਾਂ ਕਹਿ ਰਿਹਾ ਕਿ ਮਾੜੀ ਗੱਲ ਆ, ਬਟ ਤੁਸੀਂ ਕਹੋਗੇ ਕਿ ਤੁਸੀਂ ਇਹ ਕਾਹਨੂੰ ਕਹਿ ਰਹੇ ਜੀ ਕੱਚੇ ਪੂਰੇ ਹੋਏ ਜਾਂ ਜੋ ਵੀ ਆ। ਦੇਖੋ ਜੋ ਵੀ ਪੂਰਾ ਹੋਇਆ ਇਨਸਾਨ ਆ, ਸਾਰੇ ਆਪਾਂ ਇਨਸਾਨ ਹੈ, ਕੱਚੇ ਪੱਕਿਆਂ ਦਾ ਕੋਈ ਮਤਲਬ ਨਹੀਂ ਹੈ ਇਸ ਚੀਜ਼ ਦੇ ਵਿੱਚ। ਬਟ ਇੱਕ ਚੀਜ਼ ਦਾ ਮਤਲਬ ਜੋ ਹੈਗਾ, ਜੋ ਫੈਕਟਰਸ ਹੈਗੇ ਆ, ਉਹ ਚੀਜ਼ ਆਪਾਂ ਨੂੰ ਨੋਟ ਕਰਨੀ ਚਾਹੀਦੀ ਹੈ ਕਿ ਖਾਸ ਤੌਰ 'ਤੇ ਆਪਾਂ ਕਿਹੜੇ ਹਾਲਾਤਾਂ 'ਚ ਰਹਿੰਦੇ ਹਾਂ। ਰਾਈਟ, ਇਹ ਜੋ ਸਾਊਥ ਹਾਲ ਦਾ ਕਿੰਗ ਸਟਰੀਟ ਦਾ ਏਰੀਆ ਹੈ ਨਾ, ਸ਼ੌਪਾਂ ਦੇ ਉੱਤਿਆਂ ਦਾ ਏਰੀਆ, ਜਾਂ ਜਿਹੜੇ ਮਕਾਨ ਆ ਆਲੇ ਦੁਆਲੇ ਆਪਣੇ ਕਿੰਗ ਸਟਰੀਟ ਦੇ ਵਿੱਚ, ਹੁਣ ਆਪਾਂ ਨੂੰ ਪਤਾ, ਮੈਨੂੰ 16 ਸਾਲ ਹੋ ਗਏ ਕਿੰਗ ਸਟਰੀਟ 'ਤੇ, 16 ਸਾਲ ਰੋਜ਼ ਜਾਂਦਾ। ਸੋ ਮੈਂ ਆਪਣਾ ਪਿਛਲੇ 16 ਸਾਲ 'ਚ ਜ਼ਿੰਦਗੀ ਦਾ, ਜਾਗਦੇ ਦਾ ਅੱਧਾ ਹਿੱਸਾ ਕਿੰਗ ਸਟਰੀਟ 'ਤੇ ਕਰਦਾ, ਕਿ 24 ਘੰਟੇ ਹੁੰਦੇ ਆ ਨਾ ਦਿਨ 'ਚ, ਉਹਨਾਂ 'ਚੋਂ 8 ਤਾਂ ਬੰਦਾ ਸੁੱਤਾ ਰਹਿੰਦਾ ਹੈ ਨਾ। 8 ਤੱਕ ਕਦੋਂ 2 ਸਵੇਰ ਨੂੰ 2 ਸ਼ਾਮ ਨੂੰ, ਪਰ ਤਕਰੀਬਨ 8 ਤੋਂ 10 ਘੰਟੇ ਸਾਡੇ ਕੰਮ ਤੇ ਹੀ ਲੱਗਦੇ ਆ। ਸੋ ਆਪਣਾ ਆਪੀ ਜਾਗਦੇ ਦੀ ਜੋ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਆਪਾਂ ਕਿੰਗ ਸਟਰੀਟ 'ਤੇ ਗੁਜ਼ਾਰਦੇ ਹਾਂ। ਆਪਾਂ ਤਾਂ ਦੇਖਦੇ ਹਾਂ ਜੀ ਕਿ ਕੀ ਹੈ ਉੱਥੇ ਹੁੰਦਾ, ਕੀ ਨਹੀਂ। ਤਾਂ ਉੱਥੇ ਮੈਂ ਅੱਗੇ ਵੀ ਕਾਫੀ ਕੁਝ ਕਹਿ ਚੁੱਕਾ ਜੀ ਕਿ ਡਰੱਗਸ ਤਾਂ ਆਮ ਹੈ ਜੀ, ਸਮੈਕੀਏ ਸਾਡੇ ਵੀਰ ਆਮ ਹੈ ਜੀ। ਹੁਣ ਤਾਂ ਨਹੀਂ ਹੁੰਦਾ, ਅੱਗੇ ਜਿਸਮ ਦੀ ਨੁਮਾਇਸ਼ ਵੀ ਹੁੰਦੀ ਸੀ, ਖਾਸ ਤੌਰ 'ਤੇ ਜਦੋਂ ਸਟੂਡੈਂਟ ਪਹਿਲਾਂ ਆਉਣ ਲੱਗੇ 2009 'ਚ 10 'ਚ ਕਾਫੀ ਹੁੰਦੀ ਸੀ, ਲੋਕਾਂ ਨੂੰ ਪਤਾ ਹੈ ਇਸ ਚੀਜ਼ ਦਾ। ਤੇ ਜੋ ਦਾਰੂ ਪੱਤਾ ਸ਼ਰਾਬੀ ਉਹ ਤਾਂ ਆਮ ਹੀ ਫਿਰਦੇ ਹੁੰਦੇ ਆ, ਤੁਸੀਂ ਦੇਖਿਆ ਹੀ ਹੋਣਾ। ਯੂਜਲੀ ਅੱਗੇ ਸਾਹਮਣੇ ਜਿੱਥੇ ਚਰਚ ਹੁੰਦੀ ਸੀ ਉੱਥੇ ਹੱਥ ਬਣਿਆ ਹੁੰਦਾ ਸੀ ਪੰਜਾ, ਤੇ ਉੱਥੇ ਬਹਿੰਦੇ ਹੁੰਦੇ ਸੀ ਉਹ। ਫਿਰ ਉੱਥੇ ਲਾਤੀਆਂ ਫੈਂਸਾਂ। ਇੱਕ ਹੁੰਦੀ ਸੀ ਐਲੀ ਜੋ ਕਿ ਹੈਵਲੋਕ ਰੋਡ ਤੋਂ ਹੈਮੰਡ ਰੋਡ ਜਾਂਦੀ ਸੀ, ਉਹ ਵੀ ਬੰਦ ਕਰ ਦਿੱਤੀ, ਕਿ ਉੱਥੇ ਵੀ ਡਰੱਗਾਂ ਦੇ ਸੂਏ ਤੇ ਬੀਰਾਂ ਦੇ ਡੱਬੇ ਤੇ ਹੋਰ ਕੁਝ ਮਿਲਣਾ ਸੀ। ਤਾਂ ਉੱਥੇ ਔਰਤਾਂ ਨੂੰ ਬੜਾ ਹਰਾਸ ਕੀਤਾ ਜਾਂਦਾ ਸੀ। ਔਰਤਾਂ ਜਦੋਂ ਐਲੀ 'ਚ ਜਾਂਦੀਆਂ ਸੀ ਨਾ, ਤਾਂ ਇਹ ਨਹੀਂ ਪਤਾ ਲੱਗਦਾ ਸੀ ਕਿ ਦੂਏ ਪਾਸੇ ਨਿਕਲ ਜਾਊਂਗੀਆਂ ਜਾਂ ਨਹੀਂ। ਸੋ ਇਹ ਇਲਾਕਾ ਜੋ ਆਪਾਂ ਹੈਗਾ ਆ ਸਾਊਥ ਹਾਲ ਦਾ, ਆਪਾਂ ਰਹਿੰਦੇ ਹਾਂ ਉਹਦੇ 'ਚ ਜੀ। ਆਪਾਂ, ਸਾਨੂੰ ਪਤਾ ਕਿ ਉਹ ਕਿਸ ਤਰ੍ਹਾਂ ਦਾ, ਜਿਹੜਾ ਰਹਿੰਦਾ ਉਹਨੂੰ ਪਤਾ ਆ, ਉਹ ਸਾਨੂੰ ਆਲੇ ਦੁਆਲੇ ਸਾਰੇ ਜਾਣਦੇ ਆ, ਕਿਉਂ ਆਪਾਂ ਕਾਫੀ ਚਿਰ ਤੋਂ ਹੈਗੇ। ਸੋ ਸਾਰੇ ਆਪਣੀ ਤਕਲੀਫਾਂ ਲੈ ਕੇ ਆਉਂਦੇ ਆ, ਆਪਾਂ ਵੀ ਉਹਨਾਂ ਨਾਲ ਗੱਲਬਾਤ ਕਰੀਦੀ ਆ। ਇਸ ਜੋ ਭਾਈਚਾਰਾ ਆਪਣਾ ਬਣਿਆ ਕਿੰਗ ਸਟਰੀਟ ਦਾ, ਉਹ ਇੱਕ ਅਲੱਗ ਭਾਈਚਾਰਾ ਹੈਗਾ। ਹੁਣ ਉਹਦੇ ਵਿੱਚ ਜੋ ਹੈਗੇ ਆ, ਜਿੱਦਾਂ ਮੈਂ ਅੱਗੇ ਬੇਨਤੀ ਕੀਤੀ ਆ ਕਿ 60-70% ਜਿੰਨੇ ਵੀ ਟੈਨੈਂਟ ਆ ਇਹਨਾਂ ਸਰਾਊਂਡਿੰਗ ਏਰੀਆਜ਼, ਉਹ ਆਪਣੇ ਕੱਚੇ ਭੈਣ ਭਰਾ ਆ, ਜਾਂ ਕੋਈ ਵੀਜ਼ੇ ਤੇ ਹੁਣੇ ਉਹਨਾਂ ਨੂੰ ਵੀਜ਼ਾ ਲੱਗਾ ਬੇਬੀ ਬੇਸ ਤੇ ਜੋ ਵੀ ਆ ਉਹ ਹੋਊਗੇ। ਉਹਦੇ ਵਿੱਚ ਜੀ ਇਹ 2 ਧੜਾਂ ਦਾ ਪ੍ਰੋਬਲਮ ਪੈਂਦੀ ਆ। ਉਹਦੇ 'ਚ ਪ੍ਰੋਬਲਮ ਇਹ ਪੈਂਦੀ ਹੈ ਜੀ ਕਿ ਜਿਹੜਾ ਬੰਦਾ ਕੱਚਾ ਹੁੰਦਾ ਉਹਦੀ ਪੇ ਨਹੀਂ ਇੰਨੀ ਹੁੰਦੀ, ਤਾਂ ਉਸ ਹਿਸਾਬ ਨਾਲ ਜੀ ਉਹ ਆਪਣਾ ਅਕੋਮੋਡੇਸ਼ਨ ਵੀ ਲੱਭਦਾ, ਆਪਣੀ ਸਹੂਲਤ 'ਚੋਂ ਲੱਭਦਾ। ਉਹ ਕਿਸੇ ਕੋਲ ਸ਼ਿਕਾਇਤ ਵੀ ਨਹੀਂ ਲਾਉਣ ਜੋਗਾ ਜੀ, ਕਿਉਂਕਿ ਡਰਦੇ ਰਹਿੰਦੇ ਕਿ ਜੀ ਪੁਲਿਸ ਜਾਂ ਕਿਸੇ ਨੂੰ ਦੱਸਿਆ ਜਾਂ ਕੌਂਸਲ ਨੂੰ, ਤੇ ਉਹ ID ਨਾ ਮੰਗ ਲੈਣ, ਇਮੀਗ੍ਰੇਸ਼ਨ ਨੂੰ ਨਾ ਸੱਦ ਲੈਣ। ਸੋ ਉਹ ਜਿੱਦਾਂ ਦੇ ਹਾਲਾਤ ਉਹਨਾਂ ਨੂੰ ਦਿੱਤੇ ਜਾਂਦੇ, ਉਹੀ ਉਹਨਾਂ 'ਚ ਰਹਿਣ ਨੂੰ ਤਿਆਰ ਆ। ਸੋ ਕਈ ਮਕਾਨਾਂ ਕੋ ਉੱਥੇ ਸਰਟੀਫਿਕੇਟ ਬਣੀ ਗੈਸ ਦੇ ਜਾਂ ਬਿਜਲੀ ਦੇ, ਇਹ ਕਈਆਂ ਦੇ ਡੈਂਪ ਪਿਆ ਆ, ਕਈਆਂ ਦੇ ਛੱਤਾਂ ਲੀਕ ਕਰਦੀਆਂ, ਤਾਂ ਉਹਦੇ ਵਿੱਚ ਜਿੱਦਾਂ ਦੇ ਹੈਗੇ ਆ ਜੀ ਰਹੀ ਜਾਂਦੇ ਆ, ਵਿੱਚ ਹੀ ਬੰਦੇ, ਵਿੱਚ ਹੀ ਔਰਤਾਂ, ਵਿੱਚ ਹੀ ਬੱਚੇ। ਹਲੇ ਕਿ ਬੱਚਿਆਂ ਨੂੰ ਇੱਦਾਂ ਦੀ ਕੰਡੀਸ਼ਨਾਂ 'ਚ ਬ੍ਰਿੰਗ ਅਪ ਕਰਨਾ ਬਹੁਤ ਔਖਾ ਆ, ਬਟ ਮਜਬੂਰੀਆਂ ਆ। ਸੋ ਮਜਬੂਰੀ ਲੋਕ ਕਰਦੇ ਆ। ਉੱਧਰੋਂ ਜੀ ਲੈਂਡਲੋਡ ਜਿਹੜੇ ਹੈਗੇ ਆ, ਉਹਨਾਂ ਨੂੰ ਵੀ ਪਤਾ ਕਿ ਕਰਨ ਜੋਗੇ ਤਾਂ ਕੁਛ ਹੈ ਨਹੀਂ, ਆਪਾਂ ਇਹਨਾਂ ਨੂੰ ਐਕਸਪਲੋਇਟ ਕਰ ਸਕਦੇ ਹਾਂ। ਐਕਸਪਲੋਇਟ ਦਾ ਮਤਲਬ ਜਿੱਦਾਂ ਮਰਜ਼ੀ ਕਰ ਦੇ ਦੀ ਹੈ, ਇਹਨਾਂ ਨੇ ਕਿਤੇ ਕੁਛ ਕਹਿਣਾ, ਜੇ ਰਹਿਣਾ ਰਹੋ, ਨਹੀਂ ਰਹਿਣਾ ਨਾ ਰਹੋ, ਹੋਰ ਕਿਤੇ ਚਲ ਜਾਓ।
ਸੋ ਉਹ ਮੇ ਵੀ 5-10 ਪਾਉਂਡ ਸਸਤੇ ਘੱਟ ਲੈ ਲੂਗੇ, ਤਾਂ ਆਪਣੇ ਲੋਕ ਜਿੱਥੇ 5-10 ਪਾਉਂਡ ਸਸਤਾ ਹੁੰਦਾ ਉੱਧਰ ਨੂੰ ਜ਼ਿਆਦਾ ਭੱਜਦੇ ਆ। ਇਹ ਤਾਂ ਪੱਕੇ ਵੀ ਭੱਜਦੇ ਆ ਇਸ ਚੀਜ਼ ਨੂੰ, ਇਕੱਲੇ ਕੱਚੇ ਨਹੀਂ। ਇਹ ਤਾਂ ਫਿਦਰਤ ਹੀ ਆਪਣੀ ਕਮਿਊਨਿਟੀ ਦੀ ਇੱਕ ਕਿਸਮ ਦੀ ਖਾਸੀਅਤ ਹੀ ਹੈ। ਹੁਣ ਜਦੋਂ ਤੁਸੀਂ ਕਿਸੇ ਚੀਜ਼ 'ਚ ਜੀ ਕੋਨੇ ਕੱਟ ਕਰਨੇ ਆ ਜਾਂ ਕਿਸੇ ਚੀਜ਼ 'ਚ ਤੁਸੀਂ ਹੋਊ ਪਰੇ ਕਰਨਾ, ਤਾਂ ਫਿਰ ਉੱਥੇ ਖਤਰਾ ਤਾਂ ਹੋਣਾ ਹੀ ਹੈ। ਸਟੈਂਡਰਡ ਜਿਹੜੇ ਹੈਗੇ ਆ ਲੋਅਰ ਤਾਂ ਹੋਣਾ ਹੀ। ਤਾਂ ਫਿਰ ਕਿਸੇ ਮਕਾਨ 'ਚ ਬਿਜਲੀ ਸੇਫ ਨਹੀਂ, ਕਿਸੇ ਸ਼ਾਪ 'ਚ ਜੋ ਹੈਗੀ ਗੈਸ ਸੇਫ ਨਹੀਂ, ਕਿਸੇ ਦੇ ਘਰ 'ਚ ਪਾਣੀ ਸੇਫ ਨਹੀਂ। ਸੋ ਇਹ ਚੀਜ਼ਾਂ ਤਾਂ ਆਮ ਹੋਣੀਆਂ। ਤੇ ਓਵਰ ਕਰਾਊਡਿੰਗ ਜਿਹੜੀ ਆ ਉਹ ਵੀ ਹੈਗੀ ਆ। ਜੇ ਤੁਸੀਂ ਸੋਚਦੇ ਕਿ ਇਹ ਫਲੈਟਾਂ 'ਚ ਇੱਕ ਬੰਦਾ ਰਹਿੰਦਾ ਆ ਜਾਂ ਦੋ ਰਹਿੰਦੇ ਆ, ਤਾਂ ਤੁਹਾਡੀ ਗਲਤਫਹਿਮੀ ਹੈ। ਬਰਮਿੰਘਮ ਤਾਂ ਸਾਊਥ ਹਾਲ 'ਚ ਬਹੁਤ ਫਰਕ ਆ। ਬਰਮਿੰਘਮ 'ਚ ਜਿਹੜੇ ਕੱਚੇ ਆ ਆਮ ਤੌਰ ਤੇ ਘਰ 'ਚ 3 ਰਹਿੰਦੇ ਬੰਦੇ, ਵੱਧ ਤੋਂ ਵੱਧ 4, ਇੱਕ ਫੈਮਿਲੀ ਦਾ ਇੱਕ ਘਰ ਹੁੰਦਾ। ਸਾਡੇ ਜੋ ਸਾਊਥ ਹਾਲ ਆ ਜੀ, ਇੱਕ ਫਲੈਟ 'ਚ ਕਈ ਵਾਰੀ 2-3 ਟੱਬਰ ਹੁੰਦੇ ਆ। ਇੱਕ ਘਰ 'ਚ 3 ਟੱਬਰ ਰਹਿਣਾ ਤਾਂ ਆਮ ਆ। ਕੋਈ ਬਹੁਤ ਘੱਟ ਕੱਚਾ ਹੋ ਜਿਹੜਾ ਇੱਕ ਟੱਬਰ 3 ਜਣੇ ਇੱਕ ਘਰ 'ਚ ਰਹਿੰਦੇ ਸਾਊਥ ਹਾਲ 'ਚ, ਕਿਉਂਕਿ ਰੈਂਟ ਬਹੁਤ ਹਾਈ ਆ। ਬਰਮਿੰਘਮ 'ਚ ਜਿਹੜਾ ਆ 500 550 ਨੂੰ ਪੂਰਾ 3 ਬੈਡਰੂਮ ਦਾ ਘਰ ਆ ਜਾਂਦਾ ਰੈਂਟ 'ਚ। ਸਾਡੇ ਜੀ ਸਾਊਥ ਹਾਲ 'ਚ ਤਾਂ ਜਿਹੜੀ ਸ਼ੈੱਡਾਂ ਨਹੀਂ ਪਿੱਛੇ ਬਣਾਈਆਂ ਹੁੰਦੀਆਂ ਉਹੀ 800 ਪਾਉਂਡ ਦੀ ਹੁੰਦੀ ਹੈ, ਨਾ ਉਹਦੇ 'ਚ ਕੋਈ ਫੈਸਿਲਿਟੀ। ਤਾਂ ਘਰ ਜੇ ਤੁਸੀਂ ਲੈਣਾ ਉਹ ਅਲੱਗ 1400 ਪਾਉਂਡ। ਸੋ 2200 ਪਾਉਂਡ, ਮਤਲਬ ਕਿ 2200 ਪਾਉਂਡ ਇੱਕ ਘਰ ਦਾ ਮਕਾਨ ਮਾਲਕ ਬਣਾ ਰਿਹਾ। ਫਿਰ ਉਹ ਹਾਲਾਤਾਂ ਵਿੱਚ ਕੋਈ ਗੈਸ ਨਹੀਂ, ਕੋਈ ਬਿਜਲੀ ਦਾ ਸੇਫਟੀ ਦੀ ਸਹੂਲਤ ਨਹੀਂ, ਉਹ ਫਿਰ ਜੋ ਹੈਗਾ ਐਕਸਪਲੋਇਟੇਸ਼ਨ ਹੋ ਜਾਂਦੀ ਹੈ। ਔਰ ਆਪਣੇ ਬੰਦੇ ਅਲਾਓ ਕਰਦੇ ਹੋ ਐਕਸਪਲੋਇਟੇਸ਼ਨ ਨੂੰ। ਸੋ ਹੱਥ ਕਹਿੰਦੇ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ, ਇੱਥੇ ਵੀ ਇਹੀ ਹੈ ਨਾ। ਹੁਣ ਇਹ ਮਜਬੂਰੀਆਂ, ਸਟ੍ਰੋਕ, ਲਾਲਚ ਕਰਕੇ ਉਹਦਾ ਸ਼ਿਕਾਰ ਬਣਦੇ ਆ ਲੋਕ, ਜਿਹੜੇ ਇਦਾਂ ਦੇ ਹਾਦਸਿਆਂ ਦੇ ਸ਼ਿਕਾਰ ਹੁੰਦੇ ਆ। ਕਈ ਘਰਾਂ 'ਚ ਤਾਂ ਮੈਂ ਦੇਖਿਆ, ਸਾਡੇ ਉਹ ਕਈ ਫਲੈਟਾਂ 'ਚ ਨਾ ਕਿੰਗ ਸਟਰੀਟ 'ਚ ਲੋਕਾਂ ਨੇ ਸਿਲੰਡਰ ਰੱਖਿਓ ਕਿਉਂਕਿ ਗੈਸ ਦਾ ਬਿੱਲ ਨਹੀਂ ਦੇਣਾ ਚਾਹੁੰਦੇ। ਉਹ ਸਟੋਵ ਲਾ ਕੇ ਉੱਥੇ ਹੀ ਉੱਤੇ ਰੋਟੀ ਮੀਟ ਜੋ ਹੈਗਾ ਬਣਾ ਕੇ ਰੱਖ ਲੈਂਦੇ, ਜਿੱਦਾਂ ਟੂਰਨਾਮੈਂਟਾਂ ਤੇ ਆਪਣੇ ਬੰਦੇ ਕਰ ਲੈਂਦੇ, ਵੈਨਾਂ 'ਚ ਰੱਖਿਆ ਹੁੰਦਾ। ਹੁਣ ਖਤਰੇ ਤਾਂ ਪੈਣਾ ਹੀ ਹੈ ਜੀ, ਤਾਂ ਖਤਰੇ ਤਾਂ ਹੋਣੇ ਹੀ ਆ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਆਪਾਂ ਇੱਥੇ ਰਹਿਣ ਆਏ ਹਾਂ, ਮਰਨ ਨਹੀਂ ਆਏ। ਹੈ ਉਹ ਪੈਸੇ ਜਿਹੜੇ ਤੁਸੀਂ ਕਮਾਉਂਦੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ, ਜਾਂ ਤੁਸੀਂ ਪਿੱਛੇ ਪਾਉਂਦੇ ਆ ਜੇ ਤੁਸੀਂ ਆਪਣੀ ਜਾਨ ਨੂੰ ਖਤਰਾ ਪਾਉਂਦੇ ਆ। ਜਾਨ ਰਹੂਗੀ ਤਾਂ ਪੈਸੇ ਬਣਨਗੇ ਜੀ। ਜੇ ਤੁਹਾਡੇ 5-10 ਪਾਉਂਡ ਵਾਧੂ ਲੱਗ ਕੇ ਤੁਹਾਨੂੰ ਵਧੀਆ ਜਗ੍ਹਾ ਤੋਂ ਇਹਦੇ ਨਾਲੋਂ ਖਤਰੇ, ਬਿਨਾਂ ਖਤਰੇ ਵਾਲੀ ਜਗ੍ਹਾ ਮਿਲਦੀ ਰਹਿਣ ਨੂੰ, ਤਾਂ ਤੁਹਾਨੂੰ ਇਸ ਚੀਜ਼ ਬਾਰੇ ਸੋਚ ਲੈਣਾ ਚਾਹੀਦਾ। ਜਦੋਂ ਇੱਦਾਂ ਦੀ ਚੀਜ਼ਾਂ ਆਉਂਦੀਆਂ ਇਹਦੇ ਵਿੱਚ ਤੁਹਾਨੂੰ ਬਚਤ ਨਹੀਂ ਕਰਨੀ ਚਾਹੀਦੀ। ਤੁਸੀਂ ਜੋ ਜਿਹੜੇ 5-10 ਪਾਉਂਡ ਸੇਵ ਕਰਨੇ ਆ ਨਾ, ਜਾਂ 20 ਪਾਉਂਡ ਸੇਵ ਕਰਨੇ ਆ, ਉਹ ਕਿਸੇ ਹੋਰ ਚੀਜ਼ 'ਚੋਂ ਕਰ ਲਿਓ। ਉਹ ਸ਼ਰਾਬ ਦੀ ਬੋਤਲ ਨਾ ਲਓ ਐਵਰੀ ਵੀਕ ਜਿਹੜੀ ਲੈਂਦੇ ਆ। ਰਾਸ਼ਨ ਘੱਟ ਖਾ ਲਿਆ ਕਰੋ, ਕੱਪੜੇ ਘੱਟ ਜਿਹੜੇ ਹੈਗੇ ਆ ਉਹ ਲੈ ਲਿਆ ਕਰੋ। ਬਟ ਇੱਦਾਂ ਦੀ ਚੀਜ਼ ਵਿੱਚ ਤੁਸੀਂ ਕੋਨਾ ਨਾ ਕੱਟ ਕਰੋ। ਤੁਹਾਡੇ ਕੱਪੜਿਆਂ ਨੂੰ, ਰਾਸ਼ਨ ਨੂੰ, ਦਾਰੂ ਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਇੱਦਾਂ ਦਾ ਹਾਦਸਾ ਹੋ ਗਿਆ। ਇੱਦਾਂ ਦਾ ਹਾਦਸਾ ਕੁਝ ਸਾਲ ਪਹਿਲੇ ਇੱਕ ਫੈਕਟਰੀ 'ਚ ਵੀ ਹੋਇਆ ਸੀ ਲੈਸਟਰ ਦੇ ਵਿੱਚ, ਜਿਹਦੇ ਵਿੱਚ ਲੋਕ ਮਾਰੇ ਗਏ ਸੀ। ਉਹਦੇ ਵਿੱਚ ਵੀ ਕੱਚੇ ਸੀ ਜਿਹੜੇ ਮਰੇ ਸੀ। ਸੋ ਜਿਹੜੇ ਲੋਕ ਕਹਿੰਦੇ ਭਾਈ ਪਰ ਪੱਕੇ ਬੰਦੇ ਵੀ ਸ਼ਾਪਾਂ ਦੇ ਉੱਤੇ ਰਹਿੰਦੇ ਆ, ਦੇਖੋ ਉਹ ਸ਼ਾਪਾਂ ਹੀ ਪੱਕਿਆਂ ਦੀਆਂ ਹੁੰਦੀਆਂ, ਉਹਨਾਂ ਨੇ ਖਰੀਦੀਆਂ ਹੁੰਦੀਆਂ, ਉਹ ਰਹਿੰਦੇ ਉੱਤੇ ਤਾਂ ਕਿ ਉਹਨਾਂ ਨੂੰ ਰੋਜ਼ ਕੰਮ ਕਰਨਾ ਪੈਂਦਾ ਉੱਥੇ। ਸੋ ਉਹਨਾਂ ਨੇ ਜਿਹੜੀ ਚੀਜ਼ ਆਪਣੀ ਹੁੰਦੀ ਆ, ਹੁਣ ਮੇਰਾ ਆਪਣਾ ਘਰ ਹੋਵੇ, ਉਹਦਾ ਸਵਾਰਨਾ ਤਾਂ ਮੇਰੇ ਉੱਤੇ ਜ਼ਿੰਮੇ ਤੇ ਆ ਨਾ। ਮੇਰਾ ਟੱਬਰ ਜੇ ਮੇਰੇ ਘਰ 'ਚ ਰਹਿ ਰਿਹਾ ਤਾਂ ਮੈਂ ਆਪੇ ਹੀ ਦੇਖਣਾ ਕਿ ਮੈਂ ਆਪਣਾ ਘਰ ਸੁਰੱਖਿਅਤ ਬਣਾਵਾਂ। ਹੁਣ ਜਿਹੜੀ ਚੀਜ਼ ਤੁਸੀਂ ਕਿਰਾਏ ਤੇ ਲੈਂਦੇ ਆ ਉਹਨੂੰ ਤਾਂ ਤੁਸੀਂ ਸਵਾਰਦੇ ਨਹੀਂ ਨਾ, ਉਹ ਤਾਂ ਸਵਾਰਨੇ ਤੇ ਲੈਂਡਲੋਰਡ ਤੇ ਆ ਗਿਆ। ਉਹਦੀ ਜ਼ਿੰਮੇਵਾਰੀ ਆ, ਅਗਲਾ ਸਵਾਰੇ ਨਾ ਸਵਾਰੇ। ਉਹ ਜੇ ਨਹੀਂ ਸਵਾਰਦਾ ਤਾਂ ਤੁਹਾਨੂੰ ਕਹਿਣਾ ਚਾਹੀਦਾ ਕਿ ਜੀ ਤੁਸੀਂ ਕਿਉਂ ਨਹੀਂ ਸਵਾਰਦੇ, ਆਪਾਂ ਤੁਹਾਨੂੰ ਰੈਂਟ ਨਹੀਂ ਦਿੰਦੇ। ਤੇ ਜੇ ਅਗਲਾ ਫਿਰ ਵੀ ਨਹੀਂ ਮੰਨਦਾ ਤਾਂ ਫਿਰ ਤੁਸੀਂ ਜਗ੍ਹਾ ਦੀ ਚੇਂਜ ਕਰਨੀ ਦੇਖੋ। ਇੰਨੀ ਵੀ ਕੋਈ ਵੱਡੀ ਸਹੂਲਤ ਨਹੀਂ, ਜਿੱਦਾਂ ਕਿੰਗ ਸਟਰੀਟ ਵਾਲੀਆਂ ਰੋਡਾਂ ਆ, ਇਹਦੇ ਵਿੱਚ ਕੋਈ ਇੰਨੀ ਵੱਡੀ ਸਹੂਲਤ ਨਹੀਂ ਜੋ ਹੈਗੀ।
ਗੱਡੀ ਨਾ ਉੱਥੇ ਪਾਰਕ ਹੁੰਦੀ, ਬੱਸੇ ਜਾਣਾ ਪੈਂਦਾ, ਟ੍ਰੈਫਿਕ ਆਲੇ ਦੁਆਲੇ। ਆ ਸਾਊਥ ਰੋਡ ਜਾਂਦੇ ਜਾਂਦੇ ਤੁਹਾਨੂੰ ਅੱਧਾ ਘੰਟਾ ਲੱਗ ਜਾਂਦਾ, ਵੈਸਟਰਨ ਰੋਡ ਜਾਂਦੇ ਜਾਂਦੇ ਅੱਧਾ ਘੰਟਾ ਲੱਗ ਜਾਂਦਾ। ਸਾਨੂੰ ਪਤਾ, ਆਪਾਂ ਜਾਂਦੇ ਆ ਰੋਜ਼। ਸੋ ਇਹਦੇ 'ਚ ਕੋਈ ਐਨੀ ਵੱਡੀ ਤਾਂ ਸਹੂਲਤ ਹੈ ਨਹੀਂ। ਬਟ ਆਪਣੇ ਲੋਕ ਜਿਹੜੇ ਆ ਉਹ ਦੇਖਦੇ ਆ ਜੀ ਕਿ ਸਾਨੂੰ ਇਲਾਕੇ 'ਚ ਵਧੀਆ 'ਚ ਹੋਵੇ, ਦੇਸੀ ਇਲਾਕੇ 'ਚ ਅੰਗਰੇਜ਼ੀ ਨਾ ਬੋਲਣੀ ਪਵੇ, ਤਕਲੀਫ ਨਾ ਹੋਵੇ। ਸੋ ਆਹ ਚੀਜ਼ਾਂ ਕਰਕੇ ਇਹ ਪ੍ਰੋਬਲਮਾਂ ਆਉਂਦੀਆਂ। ਤੁਸੀਂ ਖੁਦ ਐਕਸਪਲੋਇਟ ਹੁੰਦੇ ਆ, ਤਾਂ ਐਕਸਪਲੋਇਟ ਵੀ ਬਗਾਨਿਆਂ ਤੋਂ ਨਹੀਂ ਹੁੰਦੇ। ਇਹ ਗੋਰੇ ਨਹੀਂ ਤੁਹਾਨੂੰ ਐਕਸਪਲੋਇਟ ਕਰਦੇ, ਇਹ ਆਪਣੇ ਹੀ ਬੰਦੇ ਐਕਸਪਲੋਇਟ ਕਰਦੇ ਆ ਤੁਹਾਨੂੰ। ਆਪਾਂ ਐਜ਼ ਅ ਕਮਿਊਨਿਟੀ ਇੱਕ ਦੂਜੇ ਦਾ ਲਹੂ ਪੀਂਦੇ ਆ, ਖੂਨ ਪੀਂਦੇ ਆਪਾਂ ਐਜ਼ ਅ ਕਮਿਊਨਿਟੀ। ਸੋ ਉਹਦਾ ਜਦੋਂ ਤੁਸੀਂ ਇੱਕ ਦੂਜੇ ਦਾ ਖੂਨ ਪੀਣ ਲੱਗੋ ਨਾ, ਤਾਂ ਉਹਦੇ ਨਤੀਜੇ ਇਹ ਹੁੰਦੇ, ਜਿੱਦਾਂ ਇੱਕ ਵਾਰੀ ਫੇਰ ਫੋਟੋ ਦਿਖਾ ਦਈਏ, ਆਹ ਨਤੀਜੇ ਹੁੰਦੇ ਜੀ ਜੋ ਤੁਸੀਂ ਹੁਣ ਫੋਟੋਆਂ 'ਚ ਦੇਖ ਰਹੇ ਕਿ ਆਹ ਤੁਹਾਡੇ ਨਤੀਜੇ ਹੋਣੇ ਕਿ ਸ਼ੌਪਾਂ, ਤੁਹਾਡੇ ਮਕਾਨ ਬਰਬਾਦ ਹੁੰਦੇ ਆ, ਤੇ ਤੁਹਾਡੇ ਜੋ ਤਹਿਸ ਨਹਿਸ ਹੋ ਜਾਂਦਾ ਰਹਿਣਾ, ਤਾਂ ਅਲਟੀਮੇਟਲੀ ਲਾਸ਼ਾਂ ਬੈਗਾਂ 'ਚ ਪਾ ਕੇ ਲਿਜਾਈਆਂ ਜਾਂਦੀਆਂ। ਮੈਂ ਆਪਣੀ ਅੱਖਾਂ ਸਾਹਮਣੇ ਜੀ 2 ਲਾਸ਼ਾਂ ਦੇਖੀਆਂ ਨਿਕਲਦੀਆਂ ਇਸ ਵੀਕ। ਬੈਗ 'ਚ ਹੁੰਦੀਆਂ, ਕਾਲੇ 'ਚ ਜ਼ਿਪ ਲਾਈ ਹੁੰਦੀ ਆ, ਕਿਸੇ ਨੂੰ ਦਿਖਾਲਦੇ ਨਹੀਂ, ਚੱਕ ਕੇ ਮਾਰਦੇ ਜੀ ਜਿੱਦਾਂ ਆਟੇ ਦਾ ਬੋਰਾ ਮਾਰੀਦਾ। ਤੇ ਉਹਨਾਂ 'ਚੋਂ ਜਿਹੜੇ ਪੂਰੇ ਹੋਏ, ਉਹਨਾਂ 'ਚੋਂ ਇੱਕ ਮੁੰਡਾ ਤਾਂ ਬਹੁਤ ਯੰਗ ਸੀ। ਉਹਦੀ ਮਾਂ ਤਾਂ ਵੇਟ ਕਰਦੀ ਹੋਣੀ ਹੈ ਕਿ ਮੇਰੇ ਪੁੱਤ ਦਾ ਫੋਨ ਨਹੀਂ ਆਇਆ ਅੱਜ। ਤੇ ਪੁੱਤ ਤੇ ਵਿਚਾਰਾ ਲੂ ਹੋ ਗਿਆ। ਤੇ ਅੱਜ ਏਦਾਂ ਦੇ ਹਾਲਾਤ ਵਿੱਚ ਜਿੱਦਾਂ ਕੋਵਿਡ ਚੱਲ ਰਹੀ ਆ, ਉਹ ਤਾਂ ਤੁਹਾਨੂੰ ਦਰਸ਼ਨ ਵੀ ਨਹੀਂ ਦਿੰਦੇ ਲਾਸ਼ ਦੀ। ਸੋ ਹਰਪਾਲ ਜੀ ਇੱਕ ਵਾਰੀ ਫੋਟੋਜ਼ ਦਿਖਾ ਦਿਓ ਦੁਬਾਰਾ। ਹਾਂ, ਤਾਂ ਤੁਹਾਨੂੰ ਇਹ ਸੋਚਣ ਵਾਲੀ ਗੱਲ ਆ। ਤੁਹਾਨੂੰ ਹੁਣ ਲੱਗੂਗਾ ਜੀ ਕਿ ਹਰਜਾਪ ਕੌੜੀ ਗੱਲ ਕਰਦਾ, ਆਈ ਡੋਂਟ ਕੇਅਰ ਕਿ ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ, ਪਰ ਜੇ ਮੇਰੀ ਗੱਲ ਨਾਲ ਤੁਹਾਡੀ ਜਾਨ ਬਚ ਜੂ ਨਾ, ਮੈਨੂੰ ਕੋਈ ਪਰਵਾਹ ਨਹੀਂ ਉਸ ਚੀਜ਼ ਨਾਲ। ਮੈਨੂੰ ਤਾਂ ਇਹ ਆ ਕਿ ਤੁਹਾਡੀ ਜਾਨ ਬਚੇ, ਕਿ ਮੈਨੂੰ ਲਾਸ਼ਾਂ ਨਾ ਦੇਖਣੀਆਂ ਪੈਣ, ਕੱਚਿਆਂ ਦੀਆਂ ਜਾਂ ਪੱਕਿਆਂ ਦੀਆਂ। ਸੋ ਤੁਸੀਂ ਜੇ ਇੱਥੇ ਆਇਓ ਆ ਤਾਂ ਆਪਣੀ ਜਾਨ ਨੂੰ ਤਾਂ ਸੁਰੱਖਿਅਤ ਰੱਖੋ ਤੁਸੀਂ। ਹੁਣ ਜੀ ਆ ਪੂਰਾ ਇਲਾਕਾ ਸੀਲ ਹੋਇਆ, ਪੂਰਾ ਇਲਾਕਾ ਸੀਲ ਹੋਇਆ ਜੀ। ਤੇ ਕਿੰਨੀਆਂ ਰੋਜੀ ਰੋਟੀ ਮਾਰੀ ਗਈ। ਮੇਰਾ ਤਾਂ ਸੂਤ ਹੈ ਜੀ ਕਿ ਮੈਂ ਤਾਂ ਫਾਈਲਾਂ ਚੱਕ ਕੇ ਦਫ਼ਤਰ ਤੋਂ ਘਰ ਲੈ ਗਿਆ, ਤੇ ਸਾਰੇ ਹੁਣ ਘਰੋਂ ਕੰਮ ਕਰਦੇ ਜਿੱਦਾਂ ਆਪਾਂ ਕੋਵਿਡ 'ਚ ਕਰਦੇ ਸੀਗੇ। ਪਰ ਹੁਣ ਜਿਹੜਾ ਸਾਡਾ ਵੀਰ ਹੈਪੀ ਆ, ਜਿਹਦਾ ਕੋਈ ਕਸੂਰ ਨਹੀਂ, ਤਾਂ ਉਹਦੀ ਦੁਕਾਨ ਉੜ ਗਈ, ਉਹ ਕੀ ਕਰੇਗਾ? ਜਿਹੜਾ ਜਤਿੰਦਰ ਆ ਮੋਬਾਈਲ ਫੋਨ ਵਾਲਾ, ਜਿਹੜਾ ਸਾਰਾ ਸਟਾਕ ਲੂ ਹੋ ਗਿਆ, ਤਾਂ ਸਾਰਾ ਉੜ ਗਿਆ, ਉਹਦੀ ਸਾਰੀ ਮਿਹਨਤ ਜੀ, ਉਹ ਕੀ ਕਰੇਗਾ? ਕੰਮ ਤਾਂ ਸ਼ੌਪਾਂ ਤਾਂ ਅੱਗੇ ਬੁਰਾ ਹਾਲ ਹੋਇਆ ਪਿਆ ਇੱਥੇ। ਸੋ ਹਾਦਸੇ ਤਾਂ ਦੇਖੋ ਕਿਸੇ ਨਾਲ ਵੀ ਹੋ ਸਕਦਾ ਹੈ, ਪਰ ਹੁਣ ਜੇ ਤੁਸੀਂ ਆਪਣੇ ਘਰ ਸਿਲੰਡਰ ਰੱਖਣੇ ਆ, ਦੇਸੀ ਵਾਲਾ ਕੰਮ ਕਰਨਾ ਆ, ਜਾਂ ਫਿਰ ਬਿਲਕੁਲ ਆਪਣੇ ਕੋਈ ਸੇਫਟੀ ਨਹੀਂ ਰੱਖਣੀ, ਹੈਲਥ ਐਂਡ ਸੇਫਟੀ ਵਾਲੀ, ਨੰਗੀਆਂ ਤਾਰਾਂ ਲੈ ਕੇ ਤੁਸੀਂ, ਤੁਹਾਨੂੰ ਕੋਈ ਪਰਵਾਹ ਨਹੀਂ, ਪਲੱਗਾਂ ਤੋਂ ਲਟਕਦੇ ਆ ਉਹਦੀ ਚੀਜ਼ ਦੀ ਤੁਹਾਨੂੰ ਪਰਵਾਹ ਨਹੀਂ, ਕੁਛ ਚੋਂਦਾ ਆ ਉਹਦਾ ਤੁਹਾਨੂੰ ਕੋਈ ਫਿਕਰ ਨਹੀਂ, ਤਾਂ ਜੀ ਫਿਰ ਇਹਦੇ ਨਤੀਜੇ ਤਾਂ ਹੀ ਹੋਣੇ ਆ ਅਲਟੀਮੇਟਲੀ। ਤੇ ਉਹ ਤਾਂ ਸ਼ੁਕਰ ਕਰੋ ਜਿਹੜਾ ਉੱਤੇ ਸੀਗੀ ਉਹ ਟੱਬਰ ਬਚ ਗਿਆ, ਨਹੀਂ ਤਾਂ 5 ਜੀ ਤਾਂ ਉੱਤੇ ਹੀ ਸੀ ਜੀ, ਉਹਦੇ ਵਿੱਚੋਂ 5-6 ਮਹੀਨੇ ਦੀ ਬੱਚਾ ਸੀ। ਉਹਨਾਂ ਦਾ ਤਾਂ ਨਹੀਂ ਕੋਈ ਕਸੂਰ। ਸੋ ਆਹ ਚੀਜ਼ ਨੂੰ ਆਪਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਦਿਸ ਇਜ਼ ਵਾਟ ਹੈਪਨਡ। ਆਹ ਹੋਇਆ ਜੀ ਇਸ ਹਫ਼ਤੇ, ਔਰ ਇਹ ਸਾਰਾ ਮੇਰੇ ਅੱਖਾਂ ਦੇ ਸਾਹਮਣੇ ਹੋਇਆ।
ਉਹ ਤੁਹਾਨੂੰ ਮੈਂ ਸਾਰਾ ਦਿਖਾ ਦਿੱਤਾ ਜਿੰਨੀ ਵੀ ਵੀਡੀਓ ਕੈਪਚਰ ਸੀਗੀ ਫੁਟੇਜ ਸੀਗੀ ਜੀ ਕੀ ਹੋਇਆ। ਮੈਂ ਅੱਧੇ ਘੰਟੇ ਦੀ ਵੀਡੀਓ ਆਪਣੀ ਫੇਸਬੁੱਕ ਤੇ ਬਣਾਈ ਲਾਈਵ ਤੇ ਮੈਂ ਆਹੀ ਮੈਸੇਜ ਦਿੱਤਾ ਤੇ ਲੋਕਾਂ ਦਾ ਬਹੁਤ ਰਿਸਪੌਂਸ ਆਇਆ। ਕੁਛ ਮੈਂ ਉਹਨਾਂ ਨੂੰ ਬੇਵਕੂਫ ਇਨਸਾਨ ਹੀ ਸਮਝ ਸਕਦਾ ਸੀ, ਕਹਿੰਦੇ ਭਾਈ ਲੈ ਕੱਚਿਆਂ ਨੂੰ ਕਾਹਦਾ ਨਾਂ ਲੈਣਾ, ਤੇ ਹੋਰ ਜੀ ਇੱਥੇ ਪੱਕੇ ਰਹਿੰਦੇ ਸੀ। ਉਹਨਾਂ ਨੂੰ ਇਹ ਆ ਕਿ ਕੱਚਿਆਂ ਨੂੰ ਕੱਚੇ ਨਾ ਸੱਦੋ ਜੀ। ਦੇਖੋ ਜੇ ਤੁਸੀਂ ਕੱਚੇ ਰਹਿਣਾ ਫਿਰ ਰਿਸਕ ਤਾਂ ਤੁਸੀਂ ਲੈਣਾ ਹੀ ਆ ਇਸ ਚੀਜ਼ ਦਾ। ਆਪਾਂ ਤੁਹਾਨੂੰ ਇਹੀ ਕਹਿ ਰਹੇ ਕਿ ਭਾਵੇਂ ਤੁਸੀਂ ਪੱਕੇ ਆ ਕੱਚੇ ਆ, ਤੁਹਾਨੂੰ ਇਹ ਰਿਸਕ ਲੈਣ ਦੀ ਜ਼ਰੂਰਤ ਨਹੀਂ। ਤੁਸੀਂ 4 ਪੈਸੇ ਬਚਾਉਣ ਦੀ ਖਾਤਰ ਇਹ ਰਿਸਕ ਲੈਂਦੇ ਆ, 4 ਪੈਸੇ ਬਚਾਉਣ ਦੀ ਖਾਤਰ ਜੋ ਕੱਲ ਨੂੰ ਫਿਰ ਬਣ ਜਾਣੇ ਆ। ਜਾਨ ਤਾਂ ਨਾ ਜਾਓ ਨਾ। ਜੇ ਚਲੋ ਫਰਜ਼ ਕਰੋ ਕਿ ਤੁਸੀਂ ਐਦਾਂ ਰਹਿੰਦੇ ਆ ਤਾਂ ਤੁਹਾਡੇ ਘਰ 'ਚ ਅੱਗ ਲੱਗ ਜਾਵੇ ਤਾਂ ਤੁਸੀਂ ਬਚ ਜਾਂਦੇ, ਪਰ ਤੁਹਾਡੇ ਜਿਹੜੇ ਨਾਲ ਦੇ ਘਰ ਵਾਲੇ ਉਹ ਮਰ ਜਾਂਦੇ ਆ। ਤੁਸੀਂ ਇਹ ਸਾਰੀ ਉਮਰ ਜੀ ਸਕਦੇ ਆ? ਕੈਨ ਯੂ ਲਿਵ ਵਿਦ ਦੈਟ? ਉਹ ਬੋਝ ਬਹੁਤ ਭਾਰੀ ਹੁੰਦਾ ਮੁੰਡਿਆਂ ਤੇ ਕਿ ਤੁਹਾਡੇ ਕਰਕੇ ਲੋਕ ਮਰੇ ਆ। ਉਹ ਨਾ ਸੌਣ ਨਹੀਂ ਦਿੰਦੇ ਤਾਂ ਉਹਦਾ ਹਿਸਾਬ ਕਿਤਾਬ ਵੀ ਦੇਣਾ ਪੈਣਾ। ਜਿਹਦੇ ਰੱਬ ਮੋਹਰੇ ਮੱਥਾ ਟੇਕਦੇ ਆ ਨਾ, ਉਹਨੇ ਹਿਸਾਬ ਕਿਤਾਬ ਲੈਣਾ ਉਹਦਾ ਕਿ ਪੁੱਤ ਆਇਆ ਹੁਣ ਹਿਸਾਬ ਕਿਤਾਬ ਦੇ। ਸੋ ਤੁਸੀਂ ਬੜਾ ਸੋਚ ਸਮਝ ਕੇ ਜੋ ਤੁਸੀਂ ਪ੍ਰਾਪਰਟੀ ਰੈਂਟ ਕਰਦੇ ਆ, ਆਪਣੀ ਪਹਿਲਾਂ ਜਾਨ ਨੂੰ ਰੱਖੋ ਮੋਰੇ। ਜਿੱਥੇ ਅਨਸੇਫ ਆ ਉੱਥੇ ਤੁਹਾਨੂੰ ਰਹਿਣ ਦੀ ਲੋੜ ਨਹੀਂ। ਰੀਅਲੀ ਯੂ ਹੈਵ ਨੋ ਨੀਡ ਟੂ ਸਟੇ ਦੇयर। ਜੇ ਕੋਈ ਸੇਫ ਮਿਲਦਾ ਤਾਂ 5-10 ਪਾਉਂਡ ਵਾਧੂ ਮਿਲਦੇ ਆ, ਦੇਣੇ ਪੈਂਦੇ ਆ, 15 ਪਾਉਂਡ ਵਾਧੂ ਦੇਣੇ ਪੈਂਦੇ ਆ, ਜਾਂ ਤੁਹਾਨੂੰ ਅੱਧਾ ਘੰਟਾ ਲੱਗ ਜੂਗਾ ਐਕਸਟਰਾ ਸਵੇਰ ਨੂੰ ਉੱਠਣਾ ਪੈਂਦਾ ਅਰਲੀਅਰ। ਇਟਸ ਵਰਥ ਇਟ। ਉਹ ਕੋਈ ਘਾਟੇ ਦਾ ਸੌਦਾ ਨਹੀਂ, ਉਹ ਤੁਹਾਡੇ ਫਾਇਦੇ ਲਈ ਆ, ਤੁਹਾਡੀ ਜਾਨ ਬਚੀ ਰਹੋ। ਹਾਂ ਜੇ ਖੂਹ ਦੇ ਕੋਲ ਘਰ ਲੈਣਾ ਆ ਤਾਂ ਫਿਰ ਰਾਤ ਨੂੰ ਜੋ ਤੁਸੀਂ ਫੇਰਾ ਤੋਰਾ ਕਰਨਾ ਆ, ਉਹ ਖੂਹ 'ਚ ਡੁੱਬਣ ਦੇ ਤਾਂ ਚਾਂਸ ਹੁੰਦਾ ਹੀ ਹੈ ਨਾ। ਉਹ ਤਾਂ ਹੈ ਹੀ। ਆਪਾਂ ਖੂਹ ਦੇ ਕੋਲ ਘਰ ਹੀ ਪਾਉਣਾ ਆ ਜਿੱਥੇ ਸਾਨੂੰ ਪਤਾ ਕਿ ਖਤਰਾ ਹੈ, ਥੋੜੇ ਵਿੱਚ ਨੂੰ ਪਾ ਲੈਂਦੇ ਹੈ ਨਾ। ਖਤਰੇ 'ਚ ਅਸੀਂ ਕਰਨਾ ਹੀ ਨਹੀਂ ਆਪਾਂ। ਸੋ ਆਈ ਮੈਂ ਤੁਹਾਨੂੰ ਮੇਨ ਚੀਜ਼ ਹੈ ਇਸ ਚੀਜ਼ ਦੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਸੀ। ਤੇ ਨਾ ਐਕਸਪਲੋਇਟ ਹੋ ਜੀ ਤੇ ਨਾ ਐਕਸਪਲੋਇਟ ਕਰੋ। ਇਟ ਡਜ਼ਨਟ ਮੈਟਰ ਤੁਸੀਂ ਕੱਚੇ ਆ ਜਾਂ ਪੱਕੇ ਆ, ਬਟ ਯੂ ਨੋ ਕੱਚਿਆਂ ਨੂੰ ਇਸ ਚੀਜ਼ ਦਾ ਜ਼ਿਆਦਾ ਰਿਸਕ ਆ। ਔਰ ਉਹ 'ਚ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ, ਬਿਕੋਜ਼ ਇੱਦਾਂ ਦੇ ਅਨਸੇਫ ਕੰਡੀਸ਼ਨਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਾਡੇ ਪੰਜਾਬੀਆਂ 'ਚ ਕੱਚੇ ਵੀਰ ਹੀ ਰਹਿੰਦੇ ਆ, ਕੱਚੇ ਭੈਣ ਭਰਾ ਰਹਿੰਦੇ ਆ। ਦੈਟਸ ਅ ਰਿਐਲਿਟੀ ਆ। ਯੂ ਡੋਂਟ ਹੈਵ ਟੂ ਗੋ ਫਾਰ। ਤੁਸੀਂ ਕਿਤੇ ਵੀ ਚੱਲ ਜਾਓ ਟਾਊਨ 'ਚ, ਇਲਫੋਰਡ ਚੱਲ ਜਾਓ, ਤੁਸੀਂ ਇੱਧਰ ਮੈਨਚੈਸਟਰ ਵੱਲ ਚੱਲ ਜਾਓ, ਬਰਮਿੰਘਮ ਵੱਲ ਚੱਲ ਜਾਓ, ਤੁਸੀਂ ਸਾਊਥ ਵੱਲ ਚੱਲ ਜਾਓ, ਹੇਜ਼ ਹੰਸਲੋ ਵੱਲ ਚੱਲ ਜਾਓ। ਆਪਣੀ ਜੋ ਹੈਗਾ ਸੇਫਟੀ ਦੇਖੋ ਤਾਂ ਜਾਨ ਰਹੂਗੀ, ਪੈਸੇ ਚੰਗੇ ਲੱਗੂਗਾ। ਸਿੰਪਲ ਜੀ ਥਿਊਰੀ ਹੈ ਜੀ। ਜਾਨ ਹੈਗੀ ਤਾਂ ਪੈਸੇ ਕਮਾ ਲਓਗੇ, ਜਾਨ ਨਹੀਂ ਹੈਗੀ ਜਿਹੜੇ ਕਮਾਏ ਉਹ ਵੀ ਲੱਗ ਰਿਹਾ। ਮੈਂ ਮਿਲਦਾ ਤੁਹਾਨੂੰ ਹੁਣ ਬ੍ਰੇਕ ਤੋਂ ਬਾਅਦ। NRIਆਂ ਦੀਆਂ, ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ। So let's talk with Harjap. What makes Domestos unstoppable? Hygiene, freshening, foaming, limescale prevention and shining. Who knew a rim block could multitask? Domestos, unstoppable. All right, guys, that's enough. Hey, watch Okay, it. don't Ow. put your foot in his face. Quit it! Do I have to break you guys apart? You started it. Stop touching me! If you don't stop, I'm going to eat all of you alive right now. I prefer the break us apart option. The magnificent Jaguar. Right now, their very survival is at risk. We have to save the Jaguar while we still have the chance. Please help this inspiring animal by adopting one today with WWF. You'll receive this fascinating adoption pack and an adorable cuddly toy. Call 0800 035 7107 or search WWF Jaguar.
An incredible, living, breathing legend. We must do all we can to protect the Jaguar. The time Ollie had a temperature, I found a lump. I hated my body. I was scared to go out. I didn't know what to do. Thankfully, I had Bupa by my side. And they knew exactly How to help. As a Bupa customer, you get around-the-clock access to expert advice from the comfort of your own home, so you can stay in control of your health, wherever you are. Call or go online for a quote. Bupa. For living. Love that feeling? So do we. As the UK's #1 breakdown service, the AA fix 8 out of 10 cars at the roadside and can get you going again in around 30 minutes of arrival. Plus, we offer unlimited call-outs. Get that feeling. Switch to AA breakdown cover from just £6 a month. Join the AA today. Text cover to 62277. That's cover to 62277. As a sidekick to a hero, my role is to help wherever I can. So when Barclaycard launched a new program to help you use credit with confidence, I thought, this sounds like a job for a sidekick. See what helps to protect your online purchases, learn how to build your credit score, and how to plan for the unexpected. After years of plotting in the Shemine, we're posing here. It's rude. It is rude. Get credit confident. Search Barclaycard Sidekicks. That'll do. In Yorkshire, when we say that'll do, it means it'll more than do. Great value broadband, award-winning customer service for only £22.99 a month. That'll do. Offer ends 11th of November. Search Plusnet Fibre. Introducing Subaru's autumn special offer. For a limited time only, get £3,000 off the award-winning Subaru Forester. But hurry, this discount only applies to a limited number of vehicles, and it's only available until the 30th of November. Don't miss out on your chance to save an incredible £3,000. Buy your Subaru today. Heard about GoDaddy domain names? Register a domain, give GoDaddy a call, and they'll help you get online. GoDaddy. I'm not confused, but they are. It's that awkward dance. You know the one. Right, left, left, right. There's so much choice, but this world is full of little confusions. But I'm not confused. I'm confused.com. We believe too many people are overpaying for their gas and electricity. That's why we set up Look After My Bills. Our members are saving £262 on average. It's a free service, and we switch you every year. Sign up now in just a few minutes. LookAfterMyBills.com. Let's go, Peloton! Dave and Carter, if you've got this. Welcome to your 30-minute full body strength. Nice work, Peloton. I got you. Come on. Amazing work. You absolutely crushed it. Co-op over 50 life insurance. Who's it for? Those little rascals full of life? The ones you brought to life? A friend for life? You see, from only £3.95 a month, we promise to pay a loved one up to £10,000 when you're gone. There's no medical questions, just guaranteed acceptance. And you get £100 Co-op food vouchers when you buy. Call us now on 0800 028 9665 or go online to find out more and get a quote. Co-op, it's what we do. ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ ਤੁਹਾਨੂੰ ਪਹਿਲਾਂ ਹੁਣ ਇਮੀਗ੍ਰੇਸ਼ਨ ਦੇ ਥੋੜੀ ਅਪਡੇਟਸ ਦੇ ਦਈਏ ਇੱਕ ਤਾਂ ਖਾਸ ਤੌਰ ਤੇ ਜੋ ਮੈਂ ਅੱਗੇ ਵੀ ਦੇ ਚੁੱਕਾ ਹਾਂ ਉਹਦੀ ਵੀ
छोटी जी वीडियो मैं बनाई है तो बाद मैं थोड़ा तब्दीली दसना वो हैगी जो IHS फी जो हर एप्लीकेशन के नाल जाती भावें वो ब्याह का केस होवे या बच्चों के बेस ते केस होवे ਉਹਦੇ ਵਿੱਚ ਕਿ ਵਾਧਾ ਹੋ ਰਿਹਾ ਹੈ ਅੱਗੇ ਤੋਂ 400 ਪਾਉਂਡ ਸਾਲ ਦਾ ਤੁਸੀਂ ਦਿੰਦੇ ਸੀ ਸੋ 2.5 ਸਾਲ ਦੇ ਵੀਜ਼ੇ ਲਈ 1000 ਪਾਉਂਡ ਸੀਗਾ ਹੁਣ ਜੀ ਇਹਨਾਂ ਨੇ ਵਧਾਤਾ 624 ਪਾਉਂਡ ਕਰ ਦਿੱਤਾ ਤੇ ਇਹ ਲਾਗੂ ਆ ਰਿਹਾ ਮੰਡੇ ਨੂੰ ਸੋ ਇਹ ਮੰਡੇ ਨੂੰ ਇਹ ਲਾਗੂ ਆ ਰਿਹਾ IHS ਜੋ ਹੈਗੀ ਇਹਨੂੰ ਸੱਦੇ ਆ ਜੋ NHS ਦੀ ਫੀ ਵੱਲ ਨੂੰ ਜਾਂਦਾ ਆ ਇਹਦੇ ਵਿੱਚ ਇਹ ਜੋ ਜਿੰਨੇ ਵੀ ਅਪਲਾਈ ਕਰਦੇ ਉਹਨਾਂ ਦੇ ਉੱਤੇ ਲਾਗੂ ਆ ਉਹਨਾਂ ਨੂੰ ਦੇਣਾ ਪੈਂਦਾ सिर्फ ਜਿਹੜੇ ਆ ਨਰਸਿਸ ਜਾਂ NHS ਲਈ ਕੰਮ ਕਰਦੇ ਆ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਦੇਣਾ ਪੈਣਾ ਪਰ ਤੁਹਾਨੂੰ ਰਿਫੰਡ ਕਰ ਦਾਂਗੇ ਜੋ ਹੈਗਾ ਉਹ ਰਿਫੰਡ ਕਿੰਨੀ ਕੁ ਦੇਰ ਬਾਅਦ ਕਰੂਗੇ ਜਾਂ ਨਹੀਂ ਇਹ ਨਹੀਂ ਹੁਣ ਕੁਝ ਕਹਿ ਸਕਦੇ ਕਿ ਕਿੰਨਾ ਚਿਰ ਲੱਗੂਗਾ ਜਾਂ ਨਹੀਂ ਉਹਦੇ ਬਾਰੇ ਡਿਟੇਲ ਵਿੱਚ ਮੈਂ ਆਪਣੇ ਵੀਡੀਓ ਦੇ ਇਹ ਮੈਂ ਬਣਾਈ ਹੈ ਦੇਖ ਲਓ ਜੀ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਤੁਹਾਨੂੰ ਖਬਰ ਦੇਣੀ ਹੈ ਜੋ ਕਿ 27 ਅਕਤੂਬਰ ਤੋਂ ਲਾਗੂ ਹੈਗੀ ਆ जो IHS फी होंगी है जो एप्लीकेशन के नाल लगती है जो जिन्होंने इमीग्रेशन हेल्थ सरचार्ज कहने या NHS की फीस वो वध रही है 400 पाउंड साल की होंगी है यूजली सो 2.5 साल के वीजे लिए 1000 पाउंड भरनी पैंती है थानू फीस तो अलावा ये वध रही है 1560 हो जानी 624 पाउंड हो जाती साल की ये इंक्रीज हो रही है ਜਿਹੜੇ ਸਟੂਡੈਂਟਾਂ ਲਈ ਆ ਉਹਨਾਂ ਲਈ 70 ਪਾਉਂਡ ਐਵਰੀ ਈਅਰ ਦੀ ਇੰਕਰੀਜ਼ ਹੋ ਰਹੀ ਆ ਸੋ ਉਹਨਾਂ ਦੀ 1000 ਪਾਉਂਡ ਦੀ ਜਗ੍ਹਾ 2.5 ਸਾਲ ਦੇ ਵੀਜ਼ੇ ਲਈ 1175 ਪਾਉਂਡ ਲੱਗਿਆ ਕਰੂਗੇ ਇਹ 27 ਅਕਤੂਬਰ ਤੋਂ ਲਾਗੂ ਆ ਇਹਦੇ ਵਿੱਚ ਸੋ ਜੇ ਤੁਹਾਡੀ ਐਪਲੀਕੇਸ਼ਨ ਤਿਆਰ ਆ ਭੇਜਣ ਲਈ ਜੇ ਤੁਸੀਂ 27 ਅਕਤੂਬਰ ਤੋਂ ਪਹਿਲਾਂ ਭੇਜ ਦਿੰਦੇ ਆ ਤੁਹਾਡੇ 500-600 ਪਾਉਂਡ ਬਚੇ ਨੇ ਪਰ ਐਪਲੀਕੈਂਟ ਜਿਹਦੇ ਹੁਣ 3 ਐਪਲੀਕੇਸ਼ਨਾਂ ਹੋ ਗਈਆਂ ਉਹਨਾਂ ਨੂੰ ਤਾਂ ਫਿਰ 1500 ਪਾਉਂਡ ਵਾਧੂ ਦੇਣਾ ਪਊਗਾ ਸੋ ਇਹ ਖਿਆਲ ਰੱਖਿਓ ਇਹ ਨੋਟ ਕਰ ਲਿਓ 27 ਅਕਤੂਬਰ ਤੋਂ ਬਾਅਦ ਇਹ ਵਧਣੀ ਹੈਗੀ हाँ जी सो होपफुली थानू समझ आ गई होगी ये जी मंडे तो शुरू होना संडे रात तो सो जिन्नी मंडे एप्लीकेशन चलना नहीं है ना ये सारिया हम नवे IHS दे विच आ सो थोड़े को अज का दिन आ कल नूं दा दिन आ ऐतवार का दिन आ एप्लीकेशन लाउण दा जे तुसी एक्सट्रा IHS नहीं देना चाहते सो ये थानू पता है वध भी काफ़ी रहा 224 पाउंड पर परसन पर ईयर काफ़ी वध रहा 1000 तो लैके इन्होंने काफ़ी 1600 वगैरह हो जाना है एक बंदे का सो जे तुसी 3 जने आ थानू तो 1500 नूं पै जाना दिहाड़ी का काम सो इस क्वाइट इन्होंने वधाया है तो तुसी ये करो जी अपलाई जे अज दे डेटा थानू हुंदा आ जे तुसी मंडे तो बाद करोगे यू विल हैव टू पे एक्स्ट्रा सो ये हम गुड न्यूज़ तो है नहीं बैड ही आ बट इन्होंने भी अपने पैसे बनाने हैं खास तौर पर कोविड के टाइम पर इन्हों खर्चा बहुत होया सो ये IHS जो है सरचार्ज ये इन्होंने शुरू किया ये लेना ही लेना इन्होंने राइट दैट्स राइट सो आ जो तुसी वीडियो देख रहे हैं ना ये मेरे टिकटॉक ते आ टिकटॉक ते मैं नहीं अगे सीगा पर किसी ने एस समर कहता कि तू हम घर कोविड करके आया तो टिकटॉक ते आया कर मैं क्या फायदा की है मैं क्या जो मैं टिकटॉक देखा मैं देखा तो खुश ज़्यादा है नहीं फुकरपना ही आ कि खास तौर पर साढ़े जोड़े वीर आ नवे नवे आए तो वो जी बड़ी वीडियो पाते आ कि आप तो मैं 2-3 तरह के लोग देखे आ एक तो जी साड़ियाँ भैणां आ तो बुढ़ियाँ उन्होंने बड़ा ठरकिया श्री देवी बनता वो बड़े एक्शन जिहा करके डांस करूँगी जाओ जा लौंग इलायची वाले गाने नूं डांस इदां दी एक्शन करूँगियां बेचारी एक्ट्रेस नहीं बन पाइयां पर चलो टिकटॉक माड़े मशहूर हो गई हैं बहुत बहुत तो हाँ जी स्वरनो लौंग इलायची गाउंदी बहुत वधिया लगती है एक साडे भरा है जी डायलॉग मारन दा उन्होंने बहुत शौक है सो कोई सलमान खान का डायलॉग मारू कोई गग्गू गिल का मारूगा सो वो बहुत है एक साडे हैगे जी जो हैगे लोग बिजनेस प्रमोट करन वो अपना बहुत यूज़ करते हैं जी हर चीज़ के आ लो जी चीज़ तो आ चीज़ है आ चीज़ है तो एक वो हो गई एक साडे जो पक्के आ उन्होंने अपनी गड्डियां का बहुत दिखाने का शौक है कि आ मेरी गड्डी लई मैं आ लई कि आ कीती है कि गड्डी वीरे चला के तो जा नहीं सकते किते तो आप गड्डी तो अपनी घर रख के पॉलिश करी जाओ चुप करके बधाइयां तुहानूं गड्डी दियां पर नहीं वो दिखालन का बहुत होंदा है
ਸੋ ਇੱਕ ਉਹ ਲੋਕ ਹੁੰਦੇ ਆ ਜੀ, ਇਹਦਾ ਮੈਂ ਹੁਣ ਨਿਚੋੜ ਤੇ ਆ ਰਿਹਾ ਗੱਲ ਨੂੰ। ਇੱਕ ਸਾਡੇ ਕੱਚੇ ਵੀਰ ਆ ਜੋ ਕਿ ਆਏ ਨੂੰ 2 ਮਹੀਨੇ ਨਹੀਂ ਹੋ ਗਏ, ਉਹ ਜੀ ਇੰਗਲੈਂਡ ਨੇ ਤਾਂ ਤਾਰ ਦਿੱਤੇ ਜੀ, ਮੈਂ ਤਾਂ ਲਾਤ ਤੇ ਕਰਜੇ ਜੀ, ਮੈਂ ਤਾਂ ਅੱਧਾ ਪਿੰਡ ਖਰੀਦ ਲਿਆ, ਆ ਬੈਠ ਕੇ ਬਹੁਤ ਮੌਜਾਂ 'ਚ ਬੈਠਾ ਬੱਸ ਤੇ ਹੁੰਦਾ ਕਿ ਮੇਰਾ ਵੀ ਤੂੰ ਜਾ ਤਾਂ ਬੱਸ ਤੇ ਰਿਹਾ ਤੇ ਲੋਕਾਂ ਨੂੰ ਉਹ ਦੱਸ ਰਿਹਾ ਆਹ ਚੀਜ਼ਾਂ ਜੋ ਗਲਤ ਇਨਫੋਰਮੇਸ਼ਨ ਆ। ਕੋਈ ਵੀ ਮੈਨੂੰ ਕੱਚਾ ਇੱਥੇ ਆ ਕੇ ਦੱਸ ਦੇਵੇ ਕਿ ਸਾਲ 'ਚ ਉਹਦਾ ਪਾਰ ਤਾਰਾ ਕਿੱਦਾਂ ਹੋਇਆ ਹੋਵੇ, ਕਿ ਉਹਨੂੰ ਘਰ ਲੈ ਲਿਆ ਹੋਵੇ, ਗੱਡੀਆਂ ਖਰੀਦ ਲਈਆਂ ਹੋਵੇ, ਪੱਕਾ ਹੋ ਗਿਆ ਹੋਵੇ, ਰਾਈਟ। ਇਹਦੇ 'ਚ ਇਹ ਆ ਜਿੰਨੀ ਵੀ ਪਿਕਚਰ ਇਹ ਪੇਂਟ ਹੁੰਦੀ ਆ ਨਾ ਟਿਕਟੌਕ ਤੇ, ਸੋਸ਼ਲ ਮੀਡੀਆ ਤੇ, ਇੰਸਟਾਗ੍ਰਾਮ ਤੇ, ਇਹ ਸਭ ਨਕਲੀ ਆ। ਤਾਂ ਇਹ ਮੈਂ ਕਿਉਂ ਦੱਸ ਰਿਹਾ, ਇਹ ਮੈਂ ਉਹਨਾਂ ਨੂੰ ਦੱਸ ਰਿਹਾ ਜਿਹੜੇ ਇੰਡੀਆ 'ਚ ਬੈਠੇ ਆ, ਜੋ ਇਹ ਚਮਕ ਧਮਕ ਨੂੰ ਦੇਖਦੇ ਆ ਤੇ ਸੋਚਦੇ ਆ ਬਈ ਇਹ ਤਾਂ ਬਹੁਤ ਵਧੀਆ, ਆਪਾਂ ਵੀ ਜਾਂਦੇ ਆ, ਆਪਾਂ ਵੀ ਫੌਜੀ ਬਣਨੇ ਆ, ਫੌਜੀ ਤਾਂ ਚੀਜ਼ ਹੀ ਬਹੁਤ ਵਧੀਆ। ਆਹ ਦੇਖੋ ਐਕਚੁਅਲੀ ਜੋ ਅਸਲੀਅਤ ਆ ਨਾ ਉਹ ਆ ਜੋ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦਿਖਾਈਆਂ ਕਿ ਜੋ ਹਾਲਾਤਾਂ 'ਚ ਲੋਕ ਰਹਿ ਰਹੇ ਆ। ਉਹ ਜੋ ਤੁਸੀਂ ਟਿਕਟੋਕਾਂ ਤੇ ਵਗੈਰਾ ਦੇਖਦੇ ਆ ਉਹ ਸਿਰਫ ਗਲਤ ਆ ਜੀ, ਤੁਹਾਨੂੰ ਦਿਖਾਇਆ ਜਾਂਦਾ ਤਾਂ ਕਿ ਲੋਕ ਆਪਣੀ ਵਿਚਾਰੇ ਹੁਣ ਹੈ ਨਾ, ਹੁਣ ਜੇ ਜਿੱਦਾਂ ਲੋਕਾਂ ਦੇ ਉਹ ਅੰਦਰਲੀ ਖੁਆਇਸ਼ਾਂ ਨਿਕਲਦੀਆਂ ਕਿ ਕਾਸ਼ ਸਾਡੇ ਨਾਲ ਇਦਾਂ ਹੁੰਦਾ, ਪਰ ਐਕਚੁਅਲੀ ਰਿਐਲਿਟੀ ਬਹੁਤ ਦੂਰ ਹੁੰਦੀ ਹੈ। ਸੋ ਇਹ ਚੀਜ਼ ਦੀ ਚਮਕ ਧਮਕ ਦੇਖ ਕੇ ਨਾ ਤੁਸੀਂ ਤੁਰੇ ਆਓ ਕਿ ਇਹ ਇੰਗਲੈਂਡ 'ਚ ਬਹੁਤ ਸੌਖਾ ਆ ਰਹਿਣ ਲਈ, ਬਹੁਤ ਵਧੀਆ। ਇਨਫੈਕਟ ਇੰਗਲੈਂਡ ਸਭ ਤੋਂ ਇਸ ਵੇਲੇ ਘਟੀਆ ਕੰਟਰੀ ਆਉਣ ਲਈ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ, ਰਾਈਟ। ਉਹ ਤਾਂ 20 ਸਾਲਾਂ ਬਾਅਦ ਤੇ ਜੇ ਬੰਦਾ ਕੱਚਾ ਰਹਿੰਦਾ ਤਾਂ ਉਹਨੂੰ ਵੀਜ਼ਾ ਦਿੰਦੇ ਆ, ਪੱਕਾ ਵੀ ਨਹੀਂ ਕਰਦੇ, ਵੀਜ਼ਾ ਦਿੰਦੇ ਆ 2.5 ਸਾਲ ਦਾ, ਉਹ ਤੋਂ 10 ਸਾਲ ਬਾਅਦ ਪੱਕਾ ਕਰਦੇ ਆ ਕਿ ਤੂੰ ਹੁਣ ਵਿਆਹ ਕਰਾ ਲਾ ਆਪਣਾ ਤੇ ਇੰਡੀਆ ਤੋਂ ਲਿਆ। ਜਾਨੂੰ ਬੰਦਾ ਉੱਦਾਂ ਜੇ 30 ਸਾਲਾਂ ਦਾ ਆਇਆ ਹੋਵੇ 60 ਦਾ ਹੋ ਜਾਂਦਾ, ਤੇ 60 'ਚ ਜਾ ਕੇ ਫਿਰ ਵਿਆਹ ਕਰਦਾ ਜਾਂਦਾ, ਫਿਰ ਰਹਿ ਕੀ ਗਿਆ ਤੁਹਾਡੇ ਕੋਲ। ਜਦ ਤੱਕ ਇੱਥੇ ਬਹੁਤ ਲੋਕ ਆ ਜੋ ਕੱਚੇ ਰਹਿ ਰਹੇ ਆ, ਜੋ 45-50 ਦੇ ਹੋ ਚੁੱਕੇ ਤਾਂ ਵਿਆਹ ਹੀ ਨਹੀਂ ਹੋਏ, ਪੈਸੇ ਬਣਾ ਲਏ ਪਰ ਵਿਆਹ ਨਹੀਂ ਹੋਏ, ਨਾ ਕੋਈ ਅੱਗੇ ਨਾ ਕੋਈ ਪਿੱਛੇ ਦੇਣ ਨੂੰ, ਬਸ ਪਿੱਛੇ ਭੇਜੀ ਗਏ। ਜਿਹੜੇ ਪਿੱਛੇ ਭੇਜੇ ਉਹ ਤੁਹਾਨੂੰ ਪਤਾ ਆ ਉਹ ਤੁਹਾਡੇ ਲਈ FD ਕਰਾ ਕੇ ਤਾਂ ਬੈਠੇ ਨਹੀਂ, ਉਹ ਤਾਂ ਛਕ ਗਏ। ਯਮ ਥੈਂਕ ਯੂ ATM ਸਾਹਿਬ, ਕਿ ਤੁਸੀਂ ਉਹਨਾਂ ਦੇ ATM ਬਣੇ ਹੋ। ਕਿਉਂਕਿ ਪਹਿਲੀ ਗੱਲ ਨਹੀਂ, ਦੂਜੀ ਤੇ ਤੀਜੀ ਗੱਲ ਫੋਨ ਤੇ ਕਾਕਾ ਪੈਸੇ ਭੇਜ, ਪੈਸੇ ਭੇਜ, ਤੁਸੀਂ ਭੇਜ ਦਿੰਦੇ ਆ, ਫੋਨ ਚੱਕਣ ਨੂੰ ਚਿੱਤੇ ਨਹੀਂ ਕਰਦਾ। ਸੋ ਆਹ ਰਿਐਲਿਟੀ ਜੋ ਹੈਗੀ ਆ ਇਸ ਵੇਲੇ। ਕੱਚੇ ਜੇ ਵਿਆਹ ਵੀ ਕਰ ਲੈਂਦੇ ਤਾਂ ਵੀ ਨਹੀਂ ਵੀਜ਼ਾ ਦਿੰਦੇ, ਕਹਿੰਦੇ ਪਹਿਲਾਂ ਬੱਚਾ ਕਰੋ, ਤੇ ਉਹ ਤਾਂ ਫਿਰ ਜਿਹੜੇ ਨਹੀਂ ਹੁੰਦਾ ਵਿਚਾਰੇ ਦਾ ਉਹ ਕੀ ਕਰੂਗਾ। ਦਿਸ ਇਜ਼ ਦ ਇੱਦਾਂ ਦੀ ਇਹ ਕੰਟਰੀ ਆ ਆਉਣ ਲਈ। ਹੋਰ ਮੁਲਕਾਂ 'ਚ ਲੋਕ 4-5 ਸਾਲਾਂ 'ਚ ਆਮ ਤੌਰ ਤੇ ਰਹਿ ਕੇ ਪੱਕੇ ਹੋ ਜਾਂਦੇ ਆ, ਬਟ ਨੋਟ UK, ਰਾਈਟ। ਸੋ ਚਮਕ ਧਮਕ ਦੇਖ ਕੇ ਤੁਸੀਂ ਨਾ ਆਓ। ਜੇ ਤੁਸੀਂ ਪਤਾ ਕਰਨਾ ਜੀ ਅਸਲੀਅਤ ਦਾ ਪਤਾ ਕਰੋ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ। ਕੁਛ ਮੇਰੇ ਵੀਰ ਆ ਜੋ ਕਿ ਕੱਚੇ ਆ, ਜੋ ਬਿਲਕੁਲ ਸਹੀ ਦਿਖਾਲਦੇ ਇੰਗਲੈਂਡ ਦਾ। ਮੈਂ ਬਹੁਤ ਦੇਖੀਆਂ ਵੀਡੀਓ, ਉੱਥੇ ਮੈਂ ਦੇਖਿਆ ਕਿ 2-3 ਮੁੰਡੇ ਖਾਸ ਤੌਰ ਤੇ ਉਹਨਾਂ ਨੇ ਅਸਲੀਅਤ ਦਿਖਾ ਲਈ ਕਿ ਆਹ ਸਾਡੇ ਹਾਲਾਤ ਆ ਬਾਕੀ ਦੇ ਆ, ਆਹ ਦੇਖ ਮੇਰਾ ਮਾਮਾ ਵੀਡੀਓ ਬਣਾਉਂਦਾ, ਪਰ ਐਕਚੁਅਲੀ ਇਹਦਾ ਆ ਕਿਸੇ ਦੀ ਗੱਡੀ ਮੋਹਰੇ ਖੜ ਕੇ ਬਣਾ ਰਿਹਾ, ਉਹ ਇਹਦੀ ਨਹੀਂ, ਉਹ ਤਾਂ ਸ਼ੋਅ ਕਰਦਾ ਆਪ ਤਾਂ ਬਸ ਪੈਦਲ ਜਾਂਦਾ। ਤਾਂ ਆਹ ਦੇਖ ਇਹਦਾ ਬੈਗ ਹੈ, ਉੱਦਾਂ ਤਾਂ ਦੱਸਦਾ ਕਿ ਮੈਂ ਗੂਚੀ ਦਾ ਸ਼ੂ ਪਾਉਣਾ, ਕਿ ਇਹਦੇ ਬੈਗ 'ਚ ਵਿੱਚ ਹੀ ਜੁੱਤੀਆਂ ਵਿੱਚ ਹੀ ਰੋਟੀਆਂ, ਇਹ ਸਾਰੇ ਦਿਨ ਰੜਕਦੀਆਂ। ਸੋ ਉਹਨਾਂ ਨੂੰ ਮੈਂ ਥਾਪੀ ਦਿੰਦਾ ਵੈਲ ਡਨ ਕਿ ਤੁਸੀਂ ਅਸਲੀਅਤ ਦੱਸ ਰਹੇ ਆ। ਬਾਕੀ ਜਿਹੜੇ ਲੋਕ ਫਾਲਸ ਸ਼ੋਅ ਕਰਦੇ ਆ ਜੀ ਉਹਨਾਂ ਦੀ ਫਿਰ ਨਿਖੇਧੀ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ। ਤੁਸੀਂ ਤਾਂ ਉਹ ਗੱਲ ਬੰਦੇ ਆ ਜੀ ਜਿਹੜੇ ਖੂਹ 'ਚ ਆਪ ਫਸੇ ਹੋ ਆ, ਤੇ ਦੂਜਾ ਤੈਨੂੰ ਕੀ ਤੁਸੀਂ ਕਹਿੰਦੇ ਆਇਆ ਮੈਂ ਤੈਨੂੰ ਦਿਖਾਣਾ ਇੱਥੇ ਕੀ ਆ, ਬਹੁਤ ਆ ਇੱਥੇ ਕੁਛ, ਉਹਨੂੰ ਖਿੱਚ ਕੇ ਅੰਦਰ ਨੂੰ ਤਾਂ ਕਹਿ ਹੁਣ ਤੂੰ ਵੀ ਡੁੱਬ ਮੇਰੇ ਨਾਲ, ਆਹ ਕਰ ਰਹੇ ਬਿਲਕੁਲ। ਆਪਾਂ ਆਪਣਾ ਟਿਕਟੌਕ ਕਦੇ ਲਈ ਯੂਜ਼ ਕਰਦੇ ਆ, ਆਪਣਾ ਸੋਸ਼ਲ ਮੀਡੀਆ ਮੈਂ ਕਿਹਦੇ ਲਈ ਯੂਜ਼ ਕਰਦਾ। ਜੇ ਤੁਸੀਂ ਮੇਰਾ ਇੰਸਟਾਗ੍ਰਾਮ ਤੇ ਦੇਖੋ ਜੀ, ਮੈਂ ਉਹ ਯੂਜ਼ ਕਰਦਾ ਤੁਹਾਨੂੰ ਜਿੰਨੀ ਵੀ ਮੇਰੇ ਐਕਸਪੀਰੀਅੰਸਿਸ ਆ ਤਾਂ ਗਿਆਨ ਜੋ ਮੈਂ ਸਿੱਖਿਆ ਲਾਈਫ ਦੇ ਵਿੱਚ ਉਹ ਮੈਂ ਤੁਹਾਨੂੰ ਪਾਸ ਆਨ ਕਰਦਾ, ਉਹਦੇ ਨਾਲ ਮੈਸੇਜ ਹੁੰਦਾ। ਉਹ ਤਾਂ ਆ ਕਿ ਜਿਹੜੀ ਗਲਤੀਆਂ ਮੈਂ ਕੀਤਾ ਲਾਈਫ 'ਚ ਉਹ ਤੁਸੀਂ ਨਾ ਕਰ ਸਕੋ। ਜੇ ਤੁਸੀਂ ਅਕਲਮੰਦ ਉਹੀ ਆ, ਮੈਂ ਬਹੁਤ ਵਾਰੀ ਕਹਿਣਾ ਸ਼ੋਅ ਤੇ
ਜਿਹੜਾ ਦੂਜਿਆਂ ਦੀ ਗਲਤੀ ਤੋਂ ਸਿੱਖਦਾ। ਆਪਣੀ ਗਲਤੀਆਂ ਤੋਂ ਤਾਂ ਬੰਦੇ ਨੇ ਸਿੱਖਣਾ ਹੀ ਆ। You're going to learn from your own mistakes. Everyone does. But the intelligent people and the winners are those who learn from other people's and don't repeat them. So, Facebook मैं अपने experiences ਲਈ use ਕਰਦਾ, ਜਾਂ ਕਦੇ ਕੋਈ ਸ਼ੁਕਰ ਮੇਲੇ ਵਾਲੀ ਵੀਡੀਓ ਪਾਤੀ, ਕਿਉਂਕਿ ਮੂਡ ਦੇਖਣਾ ਹੁੰਦਾ, ਮੂਡ ਚੇਂਜ ਕਰਨਾ ਹੁੰਦਾ। ਤਾਂ TikTok ਮੈਂ यूज़ ਕਰਦਾ ਆਪਣਾ ਇਨਫੋਰਮੇਸ਼ਨ ਦੇਣ ਲਈ, ਜਾ ਕੇ ਆ ਹੋ ਰਿਹਾ ਜੀ, ਉਹਦੇ ਵਿੱਚ ਇਮੀਗ੍ਰੇਸ਼ਨ ਦੀ ਜੋ ਚੇਂਜਿਸ ਆ ਉਹਦੀ ਵੀਡੀਓ ਬਣਾਤੀ। ਆਪਣਾ ਮੈਂ TV ਸ਼ੋ ਵੀ ਐਸੀ ਚੀਜ਼ ਦਾ ਹੈ ਜੀ ਕਿ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ, ਇਹਨੂੰ ਇਨਫੋਟੇਨਮੈਂਟ ਮੈਂ ਸੱਦਾ ਹੁੰਦਾ ਜੀ, ਕਿਉਂਕਿ ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ, ਨਾਲੇ ਐਂਟਰਟੇਨਮੈਂਟ ਵੀ ਹੋ ਜਾਂਦੀ। ਸੋ ਇਹ ਦੋਨਾਂ ਦਾ ਹੋਣਾ ਲਾਜ਼ਮੀ ਹੈ। ਬਟ ਆਪਾਂ ਇਹ ਝੂਠ ਲਈ ਨਹੀਂ ਵਰਤਿਆ, ਨਾ ਕੋਈ ਝੂਠੀ ਪਿਕਚਰ ਲਈ ਵਰਤਿਆ, ਨਾ ਕੋਈ ਕਿਸੇ ਨੂੰ ਖਿੱਚ ਪਾਉਣ ਲਈ ਕੀਤਾ, ਨਾ ਮੈਂ ਐਡ ਬਣਾ ਕੇ ਕਿਸੇ ਨੂੰ ਕਿਹਾ ਕਿ ਜੀ ਆਜੋ 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 ਦਫ਼ਤਰ ਆਜੋ ਦਫ਼ਤਰ ਆਜੋ ਦਫ਼ਤਰ ਆਜੋ। ਦਫ਼ਤਰ ਆਉਣਾ ਮੈਂ ਕੀ ਕਹਿਣਾ, ਦਫ਼ਤਰ ਤਾਂ ਸੀਲ ਹੋਇਆ ਪਿਆ, ਪੁਲਿਸ ਵਾਲਿਆਂ ਨੇ ਉੱਥੇ, ਫਾਇਰ ਬ੍ਰਿਗੇਡ ਵਾਲਿਆਂ ਨੇ ਸੀਲ ਕੀਤਾ। ਸੋ ਆਹ ਚੀਜ਼ ਆ ਜੀ ਜੋ ਰਿਸਪੌਂਸਿਬਿਲਿਟੀ ਹੁੰਦੀ ਹੈ। ਜ਼ਿੰਮੇਵਾਰ ਬਣੋ, ਜ਼ਿੰਮੇਵਾਰ ਲੋਕ ਬਣੋ। ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਨੂੰ ਕੋਈ ਗਲਤ ਇਨਫੋਰਮੇਸ਼ਨ ਦੇਖ ਕੇ ਗੁੰਮਰਾਹ ਕਰੇ? ਕੋਈ ਨਹੀਂ ਚਾਹੋਗੇ ਨਾ, ਤਾਂ ਤੁਸੀਂ ਫਿਰ ਦੂਜਿਆਂ ਦੇ ਬੱਚਿਆਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ? ਉਹ ਕਿਸੇ ਦੇ ਬੱਚੇ ਨਹੀਂ। ਬੜੀ ਲਾਲਚੀ ਐਟੀਟਿਊਡ ਹੈ ਜੀ, ਬੜੀ ਸਵਾਰਥੀ ਐਟੀਟਿਊਡ ਹੈ ਤੁਹਾਡੀ। ਸੋ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਸੀ। ਬਾਕੀ ਮੈਂ ਆਪਣੇ ਜਿਹੜੇ ਇੰਡੀਆ ਵਾਲੇ ਬੈਠੇ ਆ ਉਹਨਾਂ ਨੂੰ ਕਹੂੰਗੇ, ਦੇਖੋ ਜੀ ਤੁਸੀਂ ਬੜਾ ਸੋਚ ਸਮਝ ਕੇ ਕਿਤੇ ਬਾਹਰ ਜਾਓ। ਮੈਂ ਇਹ ਨਹੀਂ ਕਹਿੰਦਾ ਕਿ ਬਾਹਰ ਨਾ ਜਾਓ, ਬਾਹਰ ਸਾਰਿਆਂ ਦੇ ਜਾਣ ਦਾ ਹੱਕ ਹੈ। ਸਾਡੇ ਡੈਡੀ ਹੁਣੀ ਵੀ ਗਏ ਸੀ, ਤਾਂ ਹੀ ਆਪਾਂ ਇੱਥੇ ਜੰਮੇ ਪਲੇ ਹਾਂ। ਤਾਂ ਬਾਕੀ ਸਾਰਿਆਂ ਨੂੰ ਹੱਕ ਆ, ਪਰ ਆਪਣੇ ਜੋ ਫਿਊਚਰ ਹੈ ਉਹ ਦੇਖ ਕੇ ਚੱਲੋ ਕਿ ਕਿੱਥੇ ਜਾਣਾ, ਕਿੱਦਾਂ ਰਹਿਣਾ, ਮੈਂ ਉੱਥੇ ਬੋਲੀ ਕੀ ਆ, ਉੱਥੇ ਕਮਾਈ ਕਿੰਨੀ ਆ, ਉੱਥੇ ਪੱਕੇ ਹੋਣ ਦੇ ਚਾਂਸ ਕੀ ਆ, ਕਿਹੜੇ ਕਿਹੜੇ ਤਰੀਕੇ ਆ। ਜਦੋਂ ਕਿਤੇ ਯਾਤਰਾ ਤੇ ਜਾਈਦਾ ਨਾ, ਆਈ ਹੈਵ ਬੀਨ ਸੇਇੰਗ ਦਿਸ ਅ ਲੋਟ, ਆਹ ਗੱਲ ਪੱਲੇ ਬੰਨ ਲਓ। ਜਦੋਂ ਕਿਤੇ ਯਾਤਰਾ ਤੇ ਜਾਈਦਾ ਤਾਂ ਪਹਿਲਾਂ ਸੋਚ ਲਈਦਾ ਕਿ ਜਿਹੜੇ ਮੇਰੇ ਤੋਂ ਪਹਿਲਾਂ ਗਏ ਸੀ ਉਹ ਪਹੁੰਚ ਵੀ ਗਏ ਜਾਂ ਨਹੀਂ। ਸੋ ਜੇ ਤੁਸੀਂ ਸਟੂਡੈਂਟ ਬਣ ਕੇ ਆਉਣਾ ਇੱਥੇ, ਫਰਜ਼ ਕਰੋ, ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਸਾਡੇ ਤੋਂ ਪਹਿਲਾਂ ਗਏ ਸੀ 2009-10 ਚ, ਉਹ ਪੱਕੇ ਹੋਏ ਜਾਂ ਨਹੀਂ। ਹਲੇ ਤਾਂ ਉਹਨਾਂ ਚੋਂ ਬਹੁਤ ਕੱਚੇ ਫਿਰਦੇ ਆ, 50%। ਤਾਂ ਫਿਰ ਕੱਚਿਆਂ ਦੀ ਕੀ ਲਾਈਫ ਆ, ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੱਦਾਂ ਰਹਿ ਰਹੇ, ਕਿੱਦਾਂ ਨਹੀਂ। ਤੇ ਜਿਹੜੇ ਇੱਥੇ ਰਹਿ ਰਹੇ, ਤੁਸੀਂ ਸੱਚ ਵੀ ਦੱਸੋ ਉਹਨਾਂ ਨੂੰ, ਝੂਠ ਕਾਹਨੂੰ ਬੋਲੀ ਜਾਂਦੇ ਆ? ਨਹੀਂ ਜੀ ਸਾਡੇ ਤਾਂ ਵਰਕ ਪਰਮਿਟ ਲੱਗੇ ਹੋ ਆ, ਜੋ ਕੇਸ ਪੈਂਡਿੰਗ ਹੀ ਆ ਜੀ, ਕਿ 10 ਸਾਲਾਂ ਤੋਂ ਤੁਹਾਡਾ ਕੇਸ ਹੀ ਪੈਂਡਿੰਗ ਆ, ਹੈ ਨਾ। ਨਹੀਂ ਨਹੀਂ ਜੀ ਆਪਾਂ ਕਰ ਰਹੇ ਆ ਜੀ, ਆਪਾਂ ਨਹੀਂ ਵੈਸੇ ਨਹੀਂ ਇੰਡੀਆ ਆਉਂਦੇ, ਉੱਦਾਂ ਵੀਜ਼ਾ ਤਾਂ ਮੇਰਾ ਬਹੁਤ ਚਿਰ ਦਾ ਲੱਗਾ ਆ, ਉਹ ਮੈਂ ਤਾਂ ਜੀ ਗੋਰੀ ਗਰਲਫ੍ਰੈਂਡ ਰੱਖੀ ਆ, ਜਾਂ ਇੱਦਾਂ ਗਰਲ ਤਾਂ ਲਾਗੇ ਨਹੀਂ ਆਉਂਦੀ, ਉੱਦਾਂ ਕੋਈ ਫਰੈਂਡ ਹੀ ਨਹੀਂ ਆਉਂਦਾ ਲਾਗੇ, ਗਰਲ ਤਾਂ ਬਹੁਤ ਦੂਰ ਦੀ ਗੱਲ ਆ। ਨਹੀਂ ਜੀ ਮੈਨੂੰ ਤਾਂ 2-4 ਰਿਸ਼ਤੇ ਵੀ ਆਏ, ਮੈਂ ਉਹ ਵੀ ਠੁਕਰਾਤੇ। ਇੰਡੀਆ 'ਚ ਤੈਨੂੰ ਕੋਈ ਰਿਸ਼ਤਾ ਆਉਂਦਾ ਨਹੀਂ ਸੀ, ਇੱਥੇ ਤੈਨੂੰ ਗੋਰੀਆਂ ਦੇ ਸੁਪਨੇ ਆਉਣ ਡੇ ਹੋ, ਬਲੈਤੀ ਕੁੜੀਆਂ ਦੇ ਰਿਸ਼ਤੇ। ਸੋ ਬੜਾ ਸੱਚ ਨਾਲ ਚੱਲੋ, ਆਪਣੇ ਆਪ ਨੂੰ ਧੋਖਾ ਨਾ ਦਿਓ, ਤਾਂ ਆਪਣੇ ਫੈਲੋ ਭਾਈ ਨੂੰ ਨਾ ਧੋਖਾ ਦਿਓ, ਆਪਣੇ ਭਾਈਚਾਰੇ ਨੂੰ ਨਾ ਧੋਖਾ ਦਿਓ। ਸੱਚ ਦੱਸ ਦਿਆ ਕਰੋ, ਕੋਈ ਅਲਰਜੀ ਨਹੀਂ ਹੋ ਜਾਣੀ, ਬਿਮਾਰੀ ਨਹੀਂ ਲੱਗ ਜਾਣੀ। ਇਹ ਵਧੀਆ ਬਿਮਾਰੀ ਆ, ਜੇ ਲੱਗ ਵੀ ਗਈ ਸੱਚ ਬੋਲਣ ਦੀ, ਇੱਜ਼ਤ ਬਣੂਗੀ, 4 ਲੋਕ ਰਿਸਪੈਕਟ ਕਰੂਗੇ ਤੁਹਾਡੀ ਕਿ ਮੈਨੂੰ ਸੱਚ ਤਾਂ ਦੱਸਿਆ ਇਸ ਬੰਦੇ ਨੇ। ਸੱਚੇ ਬੰਦੇ ਨੂੰ ਜੀ ਉਹੀ ਲੋਕ ਮਾੜਾ ਕਹਿੰਦੇ ਆ ਜਿਨ੍ਹਾਂ ਨੇ ਸਾਰੀ ਆਪਣੀ ਉਮਰ ਝੂਠ ਦੇ ਬੁਨਿਆਦ ਤੇ ਬਣਾਈ ਹੁੰਦੀ ਹੈ, ਉਹਨਾਂ ਦੀ ਸਾਰੀ ਜ਼ਿੰਦਗੀ ਝੂਠ ਦੇ ਬੇਸ ਤੇ ਬਣੀ ਹੁੰਦੀ। ਉਹ ਸੱਚਾ ਬੰਦਾ ਤਾਂ ਉਹਨਾਂ ਨੂੰ ਮਾੜਾ ਲੱਗਦਾ, ਕਿਉਂ ਜਿਹੜਾ ਸੱਚਾ ਬੰਦਾ ਹੈ ਨਾ, people hate people who tell the truth. But I tell you what, those people who hate them are the ones who, the whole basis of their lives are built on lies. So obviously a person who's built his whole life on lies and frauds and ਮਾੜੇ ਕੰਮ, he's going to hate someone who tells the truth. ਸੱਚ ਨੂੰ ਫਾਂਸੀ ਲੱਗਦੀ ਹਮੇਸ਼ਾ। ਤਾਂ ਜਿਹੜੇ ਸੱਚ ਬੋਲਣ ਵਾਲੇ ਆ ਨਾ, ਉਹ ਕਦੇ ਮਿੱਠੀਆਂ ਗੱਲਾਂ ਨਹੀਂ ਕਰ ਸਕਦੇ। You have to remember that. ਕਿ ਸੱਚ ਜੋ ਬੋਲਿਆ ਜਾਂਦਾ ਨਾ, ਉਹ ਤੀਰ ਅੰਗ ਰਿਹਾ, ਉਹ ਤੀਰ ਅੰਗ ਰਿਹਾ। ਸੋ ਤੀਰ ਅੰਗਰ ਵਿੱਚ ਲੱਗਦਾ, ਤੀਰ ਲੱਗਦਾ, ਦੁੱਖ ਤਾਂ ਲੱਗਦਾ ਹੀ ਆ, ਪਰ ਨਿਸ਼ਾਨੇ ਤੇ ਪਹੁੰਚਦਾ। ਹਾਂ, ਸੋ ਇਟਸ ਲਾਈਕ ਅ ਦਵਾਈ, ਕਿ ਦਵਾਈ ਜਿਹੜੀ ਖਾਣੀ ਆ ਉਹ ਲੱਗਦੀ ਤਾਂ ਕੌੜੀ ਆ, ਬਈ ਜਦ ਤੱਕ ਤੁਸੀਂ ਖਾਂਦੇ ਨਹੀਂ ਤੁਸੀਂ ਠੀਕ ਨਹੀਂ ਹੋਣਾ।
तो ਜਿਹੜਾ ਝੂਠ ਹੈ ਜੀ ਉਹ ਬਿਲਕੁਲ ਮਿੱਠੇ ਵਰਗਾ ਆ, ਬਿਲਕੁਲ ਸ਼ੂਗਰ ਅੰਗ ਰਿਹਾ। ਤਾਂ ਹੀ ਜਦੋਂ ਕੋਈ ਬੰਦਾ ਤੁਹਾਨੂੰ ਝੂਠ ਬੋਲ ਕੇ ਗੱਲ ਕਹਿੰਦਾ ਨਾ, ਗੋਰੇ ਉਹਨੂੰ ਕਹਿੰਦੇ ਕਿ ਦਿਸ ਇਜ਼ ਸ਼ੂਗਰ ਕੋਟਡ। ਸ਼ੂਗਰ ਕੋਟਡ ਮਤਲਬ ਕਿ ਮਿੱਠੀ ਗੋਲੀ, ਆਪਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਸੋ ਝੂਠ ਹਮੇਸ਼ਾ ਮਿੱਠਾ ਆ, ਉਹ ਸਵਾਦ ਟੇਸਟ ਕਰਨ ਨੂੰ ਵੀ ਵਧੀਆ, ਬੜਾ ਮਿੱਠਾ ਲੱਗਦਾ, ਦੇਖਣ ਨੂੰ ਵੀ ਬਹੁਤ ਵਧੀਆ ਹੈ ਕਿ ਜੀ ਇਹ ਤਾਂ ਬਹੁਤ ਵਧੀਆ ਲੈ, ਬੰਦਾ ਸੋਚਾਂ 'ਚ ਹੀ ਕਿਤੇ ਨਾ ਕਿਤੇ ਪਹੁੰਚ ਜਾਂਦਾ ਬੈਠਾ। ਸੋ ਬਟ ਐਕਚੁਅਲੀ ਜੋ ਮਿੱਠਾ ਆ ਉਹ ਤੁਹਾਡੇ ਲਈ ਨੁਕਸਾਨ ਵਾਲੀ ਗੱਲ ਆ, ਉਹਦੇ ਨਾਲ ਤੁਹਾਡੀ ਸਿਹਤ ਖਰਾਬ ਹੁੰਦੀ ਆ, ਤੁਹਾਨੂੰ ਸ਼ੂਗਰ ਹੁੰਦੀ ਆ, ਤਾਂ ਫਿਰ ਤੁਸੀਂ ਮਰਦੇ ਆ। ਤਾਂ ਉਹ ਮਿੱਠਾ ਖਾ ਜਾਂਦਾ ਤੁਹਾਨੂੰ। ਕਿਸੇ ਵੀ ਡਾਕਟਰ ਨੂੰ ਪੁੱਛ ਲਓ ਕਿ ਮਿੱਠਾ ਚੰਗਾ ਜਾਂ ਨਹੀਂ, ਸਾਰੇ ਕਹੋਗੇ ਮਾੜੇ। ਮੈਨੂੰ ਵੀ ਕਹਿੰਦੇ ਆ, ਜਦੋਂ ਮੈਨੂੰ ਕਹਿੰਦੇ ਮੈਨੂੰ ਵੀ ਡਾਕਟਰ ਮਾਰਨ ਲੱਗਦਾ ਹੁੰਦਾ ਉਸ ਵੇਲੇ, ਮੈਂ ਵੀ ਮਨ 'ਚ 100 ਗਾਲਾਂ ਕੱਢਦਾ ਹੁੰਦਾ ਕਿ ਯਾਰ ਆਹ ਚੀਜ਼ ਤਾਂ ਬਸ ਥੋੜ੍ਹਾ ਜਿਹਾ ਮਿੱਠਾ ਖਾਂਦੇ ਸੀ ਤਾਂ ਉਹ ਵੀ ਠਾਤਾ, ਪਰ ਉਹ ਮੇਰੇ ਫਾਇਦੇ ਲਈ ਕਹਿ ਰਿਹਾ ਹੈ ਨਾ। ਹੁਣ ਜਿਹਨੂੰ ਸ਼ੂਗਰ ਆ, ਜੇ ਮੈਂ 4 ਡੱਬੇ ਮਿੱਠੇ ਦੇ ਖਾ ਜਾਵਾਂ ਤਾਂ ਮਰਨਾ ਹੀ ਆ, ਕੋਮੇ ਹੋਣੇ ਆ, ਰਾਈਟ। ਸੋ ਜੇ ਮੈਨੂੰ ਕਹੇ ਕਿ ਨਹੀਂ ਆਹ ਪੀ, ਆਹ ਜੂਸ ਗ੍ਰੇਪ ਫਰੂਟ ਦਾ, ਆਹ ਜੋ ਆ ਕਰੇਲਿਆਂ ਦਾ, ਹੁਣ ਉਹ ਤਾਂ ਉੱਦਾਂ ਹੀ ਨਹੀਂ ਦੇਖਣ ਨੂੰ ਵਧੀਆ ਲੱਗਦੇ, ਉਹ ਲੰਘਣਾ ਤਾਂ ਇੱਕ ਪਾਸੇ ਆ, ਪਰ ਹੁੰਦਾ ਉਹ ਬੈਸਟ ਹੈ ਤੁਹਾਡੇ ਲਈ, ਜਾਂ ਆਹ ਦਵਾਈ ਖਾ। ਸੋ ਆਹ ਚੀਜ਼ ਹੈ ਜੀ, ਆਪਾਂ ਜੋ ਇਹ ਸੋਸ਼ਲ ਮੀਡੀਆ ਤੇ ਫੇਕ ਦੁਨੀਆ ਦਿਖਾ ਰਹੇ, ਇਹ ਵੀ ਮਿੱਠੀ ਗੋਲੀ ਆ। ਇਹ ਦੂਜਿਆਂ ਨੂੰ ਸ਼ਹਿ ਦਿੰਦੀ ਕਿ ਤੁਸੀਂ ਆਓ, ਤੇ ਜਦੋਂ ਬੰਦਾ ਇੱਥੇ ਫਸਦਾ ਤਾਂ ਉਹਦੀ ਲਾਈਫ ਹੋ ਜਾਂਦੀ ਖਤਮ। ਤਾਂ ਉਹ ਬੰਦਾ ਨਾ ਇੱਧਰ ਜਾਣ ਜੋਗਾ ਨਾ ਉੱਧਰ ਜਾਣ ਜੋਗਾ। ਜਿਹੜੇ ਫਸੇ ਹੋ ਆ, ਮੈਨੂੰ ਪਤਾ ਮੈਂ ਤੁਹਾਡੀ ਦੁੱਖ ਦੀ ਰਗ ਉੱਤੇ ਉਂਗਲ ਰੱਖੀ ਆ, ਬਟ ਸੱਚਾਈ ਆ। ਤਾਂ ਜਿਹੜਾ ਬੰਦਾ ਆਪ ਦੁਖੀ ਆ, ਉਹ ਕਿੱਦਾਂ ਕਿਸੇ ਹੋਰ ਬਾਰੇ ਸੋਚ ਸਕਦਾ ਕਿ ਇਹ ਵੀ ਦੁਖੀ ਬਣੇ। ਆਪਾਂ ਇੱਦਾਂ ਦੀ ਕੌਮ ਬਣ ਚੁੱਕੇ ਹਾਂ ਕਿ ਆਪਾਂ ਕਿਸੇ ਨੂੰ ਖੁਸ਼ ਤਾਂ ਕੀ ਦੇਖਣਾ, ਆਪਾਂ ਕਹਿੰਦੇ ਕਿ ਨਹੀਂ ਉਹ ਸਾਡੇ ਅੰਦਰ ਦੁਖੀ ਹੋਵੇ। ਤੁਸੀਂ ਰਿਸਪੌਂਸਿਬਿਲਿਟੀ ਆਪਣੀ ਸਮਝੋ। You've got to be responsible with your social media. ਇਹ ਵੀ ਇੱਕ ਰਿਸਪੌਂਸਿਬਿਲਿਟੀ ਹੈ, ਜ਼ਿੰਮੇਵਾਰੀ ਆ। ਠੀਕ ਹੈ, ਆਪਣਾ ਸ਼ੁਕਰ ਮਜ਼ਾਕ ਕਰੋ, ਮੈਂ ਵੀ ਕਰਦਾ, ਪਰ ਕਿਸੇ ਨੂੰ ਗੁੰਮਰਾਹ ਨਾ ਕਰੋ, ਨਾ ਗੁੰਮਰਾਹ ਹੋ। ਰਾਈਟ। ਸੋ ਪਰ ਹੁਣ ਲੋਕ ਵੀ, ਪਰ ਭਾਜੀ ਸਾਰੇ ਮੁਲਕਾਂ 'ਚ ਕੱਚਾ ਰਹਿਣਾ ਪੈਂਦਾ, ਐਦਾਂ ਹੀ ਤਾਂ ਜਾ ਕੇ ਬੰਦਾ ਪੱਕਾ ਹੁੰਦਾ। ਇਹ ਗੱਲ ਟਰੂ ਨਹੀਂ, ਇਹ ਗੱਲ ਟਰੂ ਨਹੀਂ। ਜਿਹਨਾਂ ਕੋਲ ਹੁਨਰ ਆ, ਸਕਿੱਲ ਆ, ਤੇ ਉਹਨਾਂ ਨੂੰ ਤਾਂ ਕੰਟਰੀਆਂ ਹਾਕਾਂ ਮਾਰਦੀਆਂ, ਕੈਨੇਡਾ, ਆਸਟ੍ਰੇਲੀਆ ਵਰਗੀਆਂ। ਉਹ ਕਹਿੰਦੇ ਆ ਜਾਓ, ਜੇ ਲੈਂਡਿੰਗ ਨੂੰ ਪੱਕੇ ਆ। ਹੁਣ ਆਪਣੇ ਰਿਸ਼ਤੇਦਾਰੀ ਆ, ਉਹਨਾਂ ਨੂੰ ਇੰਜੀਨੀਅਰਿੰਗ ਕਰਾਈ ਸੀ ਮੈਂ ਬਠਿੰਡੇ, ਹੈਗੇ ਤਾਂ ਉਹ ਵੀ ਪਿੰਡ ਚੋਂ ਹੀ, ਦੇਸੀ ਬਿਲਕੁਲ। ਮੇਰਾ ਨੈਫਿਊ ਹੀ ਆ, ਤੇ ਇੰਜੀਨੀਅਰਿੰਗ ਕਰ ਲਈ ਜੀ ਬਠਿੰਡੇ। ਤੇ ਪਹਿਲਾਂ ਤਾਂ ਕਹਿੰਦਾ ਸੀ ਬਾਹਰ ਨਹੀਂ ਜਾਣਾ, ਫਿਰ ਕਹਿੰਦਾ ਮੈਂ ਬਾਹਰ ਜਾਣਾ। ਮੈਂ ਕਿਹਾ ਚਲੋ ਚੱਲ ਜਾ, ਵਧੀਆ ਇੰਜੀਨੀਅਰਿੰਗ ਕੀਤੀ ਵਾ। ਹੁਣ ਆਪ ਹੀ ਆਪਣੀ ਕੈਨੇਡਾ ਦੀ ਫਾਈਲ ਲਾਤੀ। ਤੇ ਈਵਨ ਮੈਂ ਸੋਚਦਾ ਸੀ ਯਾਰ ਕਿ ਯਾਰ ਤੂੰ ਬੜਾ ਦੇਸੀ ਹੈ, ਤੇ ਤੋਂ ਅੰਗਰੇਜ਼ੀ ਹੋਣੀ ਨੇ, ਉਹ ਵੀ ਕਰ ਲਈ। ਟਾਈਮ ਲੱਗਾ, ਕਰ ਲਈ ਹੁਣ। ਸੋ ਉਹ ਡਿਗਰੀ ਸੀਗੀ ਉਹਦੇ ਕੋਲ ਇੰਜੀਨੀਅਰਿੰਗ ਦੀ। ਉਹ 6 ਮਹੀਨਿਆਂ 'ਚ ਉਹਦਾ ਪੱਕਾ ਵੀਜ਼ਾ ਲੱਗ ਕੇ ਆ ਗਿਆ ਇੰਡੀਆ। ਉਹ ਜਦੋਂ ਗਿਆ, ਲੈਂਡ ਹੋਇਆ, ਪੱਕਾ ਲੈਂਡਡ ਹੋਇਆ। I was more shocked than anyone. But ਹੁਣ ਜੇ ਮੈਨੂੰ ਕੋਈ ਕਹੇ ਕਿ ਇਹ ਮੁਮਕਿਨ ਨਹੀਂ, ਮੇਰੇ ਤਾਂ ਸਾਹਮਣੇ ਹੋਇਆ ਅੱਖਾਂ ਦੇ, ਤਾਂ ਕਰਾਇਆ ਵੀ ਮੈਂ ਨਹੀਂ, ਨਾ ਹੀ ਉਹ ਕਿਸੇ ਕੰਸਲਟੈਂਟ ਕੋ ਗਿਆ, ਆਪ ਹੀ ਕੀਤਾ। ਡਨ ਇਟ ਐਂਡ ਹੀ ਇਜ਼ ਦੇਅਰ। ਉਹਨੂੰ ਸਾਲ ਹੋ ਗਿਆ ਗਏ ਨੂੰ ਟੋਰਾਂਟੋ ਨੂੰ। ਕੋਈ ਵਿਆਹ ਦੇ ਚੱਕਰ 'ਚ ਨਹੀਂ ਪੈਣਾ ਪਿਆ ਜੀ, ਕੋਈ 2 ਨੰਬਰ ਨਹੀਂ ਰਹਿਣਾ ਪਿਆ ਜੀ ਉਹਨੂੰ, ਕੋਈ ਕੈਸ਼ ਇਨ ਹੈਂਡ ਨਹੀਂ ਕੰਮ ਕਰਨਾ ਪਿਆ ਜੀ, ਕੋਈ ਕੁਛ ਨਹੀਂ ਕਰਨਾ ਪਿਆ। ਉਹਨੇ ਆਪਣੇ ਸਕਿੱਲਸ ਦੇਖੇ ਕਿ ਕਿਹੜਿਆਂ ਦੀ ਲੋੜ ਆ ਉੱਥੇ ਕੈਨੇਡਾ 'ਚ। ਆਪਣੀ ਇੰਗਲਿਸ਼ ਸਿੱਖੀ, ਜੋ ਆਪਣੇ ਬੰਦਿਆਂ ਨੂੰ ਪੰਜਾਬ 'ਚ ਅਲਰਜੀ ਆ, ਪਰ ਉਹਨੇ ਸਿੱਖ ਲਈ। ਤਕਲੀਫ ਤਾਂ ਉਹਨੂੰ ਵੀ ਹੋਈ। ਨਵੇਂ ਸ਼ਹਿਰ ਦੇ ਪਿੰਡਾਂ ਦੇ ਮੁੰਡਿਆਂ ਨੂੰ ਕਿੰਨੀ ਕੁ ਅੰਗਰੇਜ਼ੀ ਆਉਂਦੀ ਆ, ਪਤਾ ਹੀ ਆ, ਮੈਂ ਉੱਥੇ ਹੀ ਹੁੰਦਾ। ਆਪਣੇ ਜਲੰਧਰ ਵਾਲਿਆਂ ਨੂੰ, ਨਕੋਦਰ ਵਾਲਿਆਂ ਨੂੰ, ਫਲੋਰ ਵਾਲਿਆਂ ਨੂੰ ਕਿੰਨੀ ਕੁ ਆਉਂਦੀ, ਹੁਸ਼ਿਆਰਪੁਰ ਵਾਲਿਆਂ ਨੂੰ। ਜਿਹੜੇ ਹੈਗੇ ਅੰਗਰੇਜ਼ੀ ਬੋਲਣ ਵਾਲੇ ਲੁਧਿਆਣੇ ਵਾਲੇ ਆ, ਬਹੁਤ ਵਧੀਆ ਬੋਲਦੇ। ਚੰਡੀਗੜ੍ਹ ਵਾਲੇ, ਮੋਹਾਲੀ ਵਾਲੇ ਬਹੁਤ ਵਧੀਆ ਬੋਲਦੇ ਆ। ਅੰਮ੍ਰਿਤਸਰ ਵਾਲੇ ਬਹੁਤ ਵਧੀਆ ਬੋਲਦੇ, ਉਹ ਵੀ ਜਿਹੜੇ ਸੈਂਟਰ 'ਚ ਰਹਿੰਦੇ ਆ। ਬਾਕੀ ਤਾਂ ਠੀਕ ਹੀ ਆ ਕੰਮ, ਠੀਕ ਠਾਕ।
ਪਟਿਆਲੇ ਵਾਲੇ ਵਧੀਆ ਬੋਲਣ ਦੇ ਅੰਗਰੇਜ਼ੀ ਸੋ ਇਹ ਪਤਾ ਹੀ ਹੈ ਬਟ ਹੀ ਡਨ ਇਟ ਰਾਈਟ ਐਂਡ ਇਜ਼ ਦੇਅਰ ਨਹੀਂ ਤਾਂ ਜੇ ਉਹ +2 ਕਰਕੇ ਮੈਨੂੰ ਕਹਿੰਦਾ ਕਿ ਸੱਦ ਲਾ ਚਾਚਾ ਸੱਦ ਲਾ ਤੂੰ ਤਾਂ ਉਹਨ ਵੀ ਇੱਥੇ ਤੁਰਦਾ ਫਿਰਦਾ ਹੋਣਾ ਸੀ ਹੁਣ ਤਾਂ ਉਹਦੀ ਜੇ ਮੈਂ ਸੱਦ ਤਾਂ ਲੈਂਦਾ ਪਰ ਉਹਦੀ ਲਾਈਫ ਕੀ ਹੋਣੀ ਸੀ ਸੋ ਜਿਹੜੀ ਚੀਜ਼ ਤੁਸੀਂ ਆਪਣੇ ਆਪ ਲਈ ਜਾਂ ਆਪਣੇ ਬੱਚਿਆਂ ਲਈ ਕਦੇ ਨਹੀਂ ਚਾਹੁੰਦੇ ਉਹ ਤੁਸੀਂ ਦੂਜਿਆਂ ਲਈ ਨਾ ਚਾਹੋ ਹੈ ਨਾ ਜੇ ਤੁਹਾਨੂੰ ਆਪ ਕੱਚਾ ਰਹਿਣਾ ਔਖਾ ਲੱਗਦਾ ਤਾਂ ਤੁਸੀਂ ਦੂਜਿਆਂ ਨੂੰ ਕਿੱਦਾਂ ਕਹਿ ਸਕਦੇ ਕਿ ਆ ਜਾਓ ਔਰ ਆਪਾਂ ਇਦਾਂ ਹੀ ਕਰਦੇ ਆ ਆਪਾਂ ਆਪ ਕੱਚੇ ਹੁੰਨੇ ਆ ਇੱਥੇ ਵਿਆਹ ਨਹੀਂ ਹੁੰਦਾ ਇੰਡੀਆ ਤੋਂ ਕੁੜੀ ਮੰਗਾ ਲੈਣੀ ਜੀ ਪੜ੍ਹਾਈ ਦੇ ਬੇਸ ਤੇ 2 ਮਹੀਨਿਆਂ ਬਾਅਦ ਉਹਦੀ ਪੜ੍ਹਾਈ ਛਡਾ ਦਿੰਦੇ ਆ ਤੇ ਚੱਲ ਨਿਆਣਾ ਕਰ ਕਿ ਉਹ ਆਹੀ ਕੰਮ ਲਈ ਆਈ ਹੈ ਫਿਰ ਬੇਬੀ ਮੇਕਿੰਗ ਮਸ਼ੀਨ ਤੁਹਾਡੇ ਲਈ ਯਾਨੀ ਉਹਦਾ ਕੋਈ ਫਿਊਚਰ ਬਣ ਨਹੀਂ ਦਿੰਦੇ ਕਿ ਆਪਾਂ ਤਾਂ ਕੱਚੇ ਆ ਤੂੰ ਵੀ ਹੁਣ ਕੱਚੀ ਬਣ ਇਹ ਕੋਈ ਅਕਲਮੰਦੀ ਦੀ ਗੱਲ ਆ ਇਹ ਕੋਈ ਸੈਂਸ ਅਸੀਂ ਉਹਨੂੰ ਵੀ ਬਹੁਤ ਸਮਝਦੇ ਹਾਂ ਬਹੁਤ ਕੰਟਰੀਜ਼ ਹੈਗੀਆਂ ਜਿਹਦੇ ਵਿੱਚ ਤੁਸੀਂ ਭਾਵੇਂ ਤੁਸੀਂ ਪੜ੍ਹੇ ਲਿਖੇ ਹੋ ਹੈ ਨਹੀਂ ਤੁਸੀਂ ਜਾ ਸਕਦੇ ਆ ਪੱਕੇ ਤੌਰ ਤੇ ਸਿਰਫ ਪ੍ਰੋਬਲਮ ਇਹ ਆ ਕਿ ਸਾਨੂੰ ਉਸ ਚੀਜ਼ ਕੰਟਰੀਆਂ ਦਾ ਪਤਾ ਨਹੀਂ ਪਰ ਤਾਂ ਹੀ ਤਾਂ ਆਪਾਂ ਬੈਠੇ ਆ ਹੁਣ ਅਸੀਂ ਇੱਕ ਨਵੀਂ ਸਕੀਮ ਕਰ ਰਹੇ ਹਾਂ ਜੀ ਪੋਰਚੁਗਲ ਦੀ ਨਵੇਂ ਸਾਲ 'ਚ ਜਿਹਦੇ ਵਿੱਚ ਇੰਡੀਆ ਤੋਂ ਪੂਰੇ ਟੱਬਰ ਪੱਕੇ ਜਾ ਸਕਦੇ ਉੱਥੇ ਯੂਰਪ ਦੇ ਵਿੱਚ ਕੋਈ ਸ਼ੈਂਗਨ ਵੀਜ਼ਾ ਨਹੀਂ ਕੋਈ ਟੂਰਿਸਟ ਨਹੀਂ ਕੋਈ ਕੁਛ ਨਹੀਂ ਸਿੱਧਾ ਹੀ ਉਹਦੇ ਬਾਰੇ ਮੈਂ ਤੁਹਾਨੂੰ ਇਨਫੋਰਮੇਸ਼ਨ ਦਊਂਗਾ ਅਗਲੇ ਜੋ ਹਫ਼ਤਿਆਂ 'ਚ ਆ ਰਹੇ ਆ ਇੰਡੀਆ ਤੋਂ ਤਾਂ ਉਹਦੇ 'ਚ ਕੋਈ ਤੁਹਾਨੂੰ ਪ੍ਰਾਪਰਟੀ ਲੈਣ ਦੀ ਲੋੜ ਨਹੀਂ ਕੋਈ 2 ਕਰੋੜ ਇਨਵੈਸਟ ਕਰਨ ਦੀ ਲੋੜ ਨਹੀਂ ਬਹੁਤ ਵਧੀਆ ਸਕੀਮ ਹੈ ਜਿਹਦੇ ਵਿੱਚ ਤੁਸੀਂ ਯੂਰਪ 'ਚ ਆ ਕੇ ਪੱਕੇ ਹੋ ਸਕਦੇ ਹੋ ਉਹਦੇ ਬਾਰੇ ਵੀ ਮੈਂ ਦੱਸੂਗਾ ਪਰ ਟਾਈਮ ਹੁਣ ਸਾਡੇ ਕੋਲ 1 ਮਿੰਟ ਹੀ ਰਹਿ ਗਿਆ ਸੋ ਉਹਦੇ ਵਿੱਚ ਸੋ ਇੱਦਾਂ ਦੀ ਸਕੀਮਾਂ ਹੈਗੀਆਂ ਜੇ ਕੋਈ ਪੁੱਛੇ ਇਹਦੇ ਬਾਰੇ ਕੋਈ ਜਾਂ ਕੋਈ ਰਿਸਰਚ ਕਰੇ ਪਰ ਲੋਕ ਤੁਹਾਨੂੰ ਵਕੀਲ ਤੁਹਾਨੂੰ ਇਹ ਸਕੀਮਾਂ ਬਾਰੇ ਦੱਸਦੇ ਨਹੀਂ ਕਿਉਂਕਿ ਉਹਨਾਂ ਨੂੰ ਫਾਇਦਾ ਨਹੀਂ ਹੈ ਇਸ ਚੀਜ਼ 'ਚ ਉਹਨਾਂ ਨੂੰ ਫਾਇਦਾ ਇਹ ਆ ਕਿ ਤੁਸੀਂ 15 ਲੱਖ ਲਾ ਕੇ ਇੱਥੇ ਕੱਚੇ ਰਹੋ ਉਹ 15 ਲੱਖ 'ਚੋਂ ਵੀ ਤੁਹਾਡਾ ਉਹ ਰੱਖੋਗੇ ਫੀਸ ਯੂਨੀ ਨਾਲ ਕੀਤੀ ਹੁੰਦੀ ਸਾਈ ਸੈਟਿੰਗ ਤੇ ਜਦੋਂ ਤੁਸੀਂ ਹੁਣ ਕੱਚੇ ਫਿਰੋਗੇ ਬਾਰ-ਬਾਰ ਆਓਗੇ ਉਹਦੇ ਵਿੱਚ ਵੀ ਸੈਟਿੰਗ ਹੁੰਦੀ ਹੈ ਉਹਦੇ 'ਚ ਉਹਨਾਂ ਨੂੰ ਫਾਇਦਾ ਹੁੰਦਾ ਆਇਆ ਆਪਾਂ ਇੱਦਾਂ ਬਿਕਮ ਸੋ ਆ ਚੀਜ਼ਾਂ ਨੂੰ ਨੋਟ ਕਰਕੇ ਅੱਗੇ ਚਲੋ ਆਪਣੀ ਲਾਈਫ ਇੰਪਰੂਵ ਕਰੋ ਇਹੀ ਅੱਜ ਦਾ ਮੇਰੇ ਸ਼ੋਅ ਦਾ ਮਤਲਬ ਸੀਗਾ ਜੇ ਇਹਦੇ 'ਚੋਂ ਤੁਸੀਂ ਕੁਝ ਸਿੱਖ ਲਓਗੇ ਤਾਂ ਉਹਦੇ 'ਚ ਤੁਹਾਡਾ ਹੀ ਫਾਇਦਾ ਆਪਾਂ ਨੂੰ ਤਾਂ ਕੋਈ ਨਾ ਫਾਇਦਾ ਨਾ ਘਾਟਾ ਯਾਰਾਂ ਦੀ ਖੁੱਲੀ ਛੁੱਟੀ ਸੋ ਮੈਂ ਮੰਗਦਾ ਇਸ ਵੀਕ ਤੁਹਾਡੇ ਕੋਲੋਂ ਇਜਾਜ਼ਤ ਸਤਿ ਸ਼੍ਰੀ ਅਕਾਲ